ਬਚਾਉਣ ਲਈ ਅਸੀਂ ਆਓ ਜੀ ਚੱਲਦਾ ਤੁਸੀਂ ਦੇਖੋ ਪਿੰਡਾਂ 'ਚ ਤਾਂ ਅਸੀਂ ਵਸਦੇ ਹਾਂ ਨਾ ਪਿੰਡਾਂ 'ਚ ਹੀ ਪੰਜਾਬ ਵਸਦਾ ਤੇ ਜੇ ਅਸੀਂ ਹੁਣ ਅੱਜ ਕਿਸਾਨਾਂ ਲਈ ਸੁਨੇਹਾ ਕਹੀਏ ਉਹਨਾਂ ਨੂੰ ਕੀ ਸੁਨੇਹਾ ਦਈਏ ਯਾਰ ਉੱਥੋਂ ਹੀ ਤਾਂ ਨਿਕਲੇ ਆ ਉੱਥੋਂ ਹੀ ਤਾਂ ਸਾਡੀ ਮਾੜੀ ਮੋਟੀ ਹੋਂਦ ਆ ਉਸੇ ਨੂੰ ਬਚਾਉਣ ਲਈ ਅਸੀਂ ਆਓ ਜੀ ਚੱਲਦਾ ਤੁਸੀਂ ਦੇਖੋ ਪਿੰਡਾਂ 'ਚ ਤਾਂ ਅਸੀਂ ਵਸਦੇ ਹਾਂ ਨਾ ਪਿੰਡਾਂ 'ਚ ਹੀ ਪੰਜਾਬ ਵਸਦਾ ਤੇ ਜੇ ਅਸੀਂ ਹੁਣ ਅੱਜ ਕਿਸਾਨਾਂ ਲਈ ਸੁਨੇਹਾ ਕਹੀਏ ਉਹਨਾਂ ਨੂੰ ਕੀ ਸੁਨੇਹਾ ਦਈਏ ਯਾਰ ਉੱਥੋਂ ਹੀ ਤਾਂ ਨਿਕਲੇ ਆ ਉੱਥੋਂ ਹੀ ਤਾਂ ਸਾਡੀ ਮਾੜੀ ਮੋਟੀ ਹੋਂਦ ਆ ਉਸੇ ਨੂੰ ਬਚਾਉਣ ਲਈ ਅਸੀਂ ਆਓ ਜੀ ਕੋਈ ਚੀਜ਼ ਵੀ ਹੁੰਦੀ ਹੈ ਤੁਸੀਂ ਜੇਲ੍ਹ 'ਚ ਰਹਿ ਕੇ 2 ਮਿੰਟ ਪਲੀਜ਼ ਗਵਾਇਆ ਕਿ ਖੱਟਿਆ ਵੀ ਹੈਗਾ ਬਹੁਤ ਨਹੀਂ ਬੜਾ ਕੁਝ ਖੱਟਿਆ ਜੀ ਕਦੇ ਕੋਈ ਵੀ ਨਹੀਂ ਗਵਾਉਂਦਾ ਹਨਾ ਪਰ ਉਹਦੀ ਰਜ਼ਾ 'ਚ ਰਹਿਣਾ ਪੈਂਦਾ ਤੇ ਉਹਦੇ ਸ਼ੁਕਰਾਨੇ 'ਚ ਰਹਿਣਾ ਪੈਂਦਾ ਐਂਡ ਹਿਊਮਿਲਿਟੀ ਜਿਹੜੀ ਤੁਹਾਡੇ ਅੰਦਰ ਹੈ ਨਾ ਇੱਕ ਤਾਂ ਹਿਊਮੈਨਿਟੀ ਕੰਪੈਸ਼ਨ ਇੱਕ ਦੂਜੇ ਦੇ ਦਰਦ ਨੂੰ ਸਮਝਣ ਦੀ ਗੱਲ ਤੇ ਕਦੇ ਕੋਈ ਨਹੀਂ ਗਵਾਉਂਦਾ ਟਾਈਮ ਬੜਾ ਕੁਝ ਸਿਖਾਉਂਦਾ ਔਰ ਜੇਲਾਂ ਵੀ ਸਿਖਾਉਂਦੀਆਂ ਸੋ ਦੈਟਸ ਹਾਊ ਆਈ ਹੈਵ ਬੀਨ ਪੜਨ ਦਾ ਬਹੁਤ ਮੌਕਾ ਮਿਲਿਆ ਪੜਨ ਦਾ ਕਾਫੀ ਮੌਕਾ ਮਿਲਿਆ ਸਿੱਧੂ ਸਾਹਿਬ 22 ਤਰੀਕੇ ਕੋਈ ਚੀਜ਼ ਵੀ ਹੁੰਦੀ ਹੈ ਤੁਸੀਂ ਜੇਲ੍ਹ 'ਚ ਰਹਿ ਕੇ 2 ਮਿੰਟ ਪਲੀਜ਼ ਗਵਾਇਆ ਕਿ ਖੱਟਿਆ ਵੀ ਹੈਗਾ ਬਹੁਤ ਨਹੀਂ ਬੜਾ ਕੁਝ ਖੱਟਿਆ ਜੀ ਕਦੇ ਕੋਈ ਵੀ ਨਹੀਂ ਗਵਾਉਂਦਾ ਹਨਾ ਪਰ ਉਹਦੀ ਰਜ਼ਾ 'ਚ ਰਹਿਣਾ ਪੈਂਦਾ ਤੇ ਉਹਦੇ ਸ਼ੁਕਰਾਨੇ 'ਚ ਰਹਿਣਾ ਪੈਂਦਾ ਐਂਡ ਹਿਊਮਿਲਿਟੀ ਜਿਹੜੀ ਤੁਹਾਡੇ ਅੰਦਰ ਹੈ ਨਾ ਇੱਕ ਤਾਂ ਹਿਊਮੈਨਿਟੀ ਕੰਪੈਸ਼ਨ ਇੱਕ ਦੂਜੇ ਦੇ ਦਰਦ ਨੂੰ ਸਮਝਣ ਦੀ ਗੱਲ ਤੇ ਕਦੇ ਕੋਈ ਨਹੀਂ ਗਵਾਉਂਦਾ ਟਾਈਮ ਬੜਾ ਕੁਝ ਸਿਖਾਉਂਦਾ ਔਰ ਜੇਲਾਂ ਵੀ ਸਿਖਾਉਂਦੀਆਂ ਸੋ ਦੈਟਸ ਹਾਊ ਆਈ ਹੈਵ ਬੀਨ ਪੜਨ ਦਾ ਬਹੁਤ ਮੌਕਾ ਮਿਲਿਆ ਪੜਨ ਦਾ ਕਾਫੀ ਮੌਕਾ ਮਿਲਿਆ ਸਿੱਧੂ ਸਾਹਿਬ 22 ਤਰੀਕੇ ਕੋਈ ਚੀਜ਼ ਵੀ ਹੁੰਦੀ ਹੈ ਤੁਸੀਂ ਜੇਲ੍ਹ 'ਚ ਰਹਿ ਕੇ 2 ਮਿੰਟ ਪਲੀਜ਼ ਗਵਾਇਆ ਕਿ ਖੱਟਿਆ ਵੀ ਹੈਗਾ ਬਹੁਤ ਨਹੀਂ ਬੜਾ ਕੁਝ ਖੱਟਿਆ ਜੀ ਕਦੇ ਕੋਈ ਵੀ ਨਹੀਂ ਗਵਾਉਂਦਾ ਹਨਾ ਪਰ ਉਹਦੀ ਰਜ਼ਾ 'ਚ ਰਹਿਣਾ ਪੈਂਦਾ ਤੇ ਉਹਦੇ ਸ਼ੁਕਰਾਨੇ 'ਚ ਰਹਿਣਾ ਪੈਂਦਾ ਐਂਡ ਹਿਊਮਿਲਿਟੀ ਜਿਹੜੀ ਤੁਹਾਡੇ ਅੰਦਰ ਹੈ ਨਾ ਇੱਕ ਤਾਂ ਹਿਊਮੈਨਿਟੀ ਕੰਪੈਸ਼ਨ ਇੱਕ ਦੂਜੇ ਦੇ ਦਰਦ ਨੂੰ ਸਮਝਣ ਦੀ ਗੱਲ ਤੇ ਕਦੇ ਕੋਈ ਨਹੀਂ ਗਵਾਉਂਦਾ ਟਾਈਮ ਬੜਾ ਕੁਝ ਸਿਖਾਉਂਦਾ ਔਰ ਜੇਲਾਂ ਵੀ ਸਿਖਾਉਂਦੀਆਂ ਚੱਲਦਾ ਤੁਸੀਂ ਦੇਖੋ ਪਿੰਡਾਂ 'ਚ ਤਾਂ ਅਸੀਂ ਵਸਦੇ ਹਾਂ ਨਾ ਪਿੰਡਾਂ 'ਚ ਹੀ ਪੰਜਾਬ ਵਸਦਾ ਤੇ ਜੇ ਅਸੀਂ ਹੁਣ ਅੱਜ ਕਿਸਾਨਾਂ ਲਈ ਸੁਨੇਹਾ ਕਹੀਏ ਉਹਨਾਂ ਨੂੰ ਕੀ ਸੁਨੇਹਾ ਦਈਏ ਯਾਰ ਉੱਥੋਂ ਹੀ ਤਾਂ ਨਿਕਲੇ ਆ ਉੱਥੋਂ ਹੀ ਤਾਂ ਸਾਡੀ ਮਾੜੀ ਮੋਟੀ ਹੋਂਦ ਆ ਉਸੇ ਨੂੰ ਬਚਾਉਣ ਲਈ ਅਸੀਂ ਆਓ ਜੀ ਚੱਲਦਾ ਤੁਸੀਂ ਦੇਖੋ ਪਿੰਡਾਂ 'ਚ ਤਾਂ ਅਸੀਂ ਵਸਦੇ ਹਾਂ ਨਾ ਪਿੰਡਾਂ 'ਚ ਹੀ ਪੰਜਾਬ ਵਸਦਾ ਤੇ ਜੇ ਅਸੀਂ ਹੁਣ ਅੱਜ ਕਿਸਾਨਾਂ ਲਈ ਸੁਨੇਹਾ ਕਹੀਏ ਉਹਨਾਂ ਨੂੰ ਕੀ ਸੁਨੇਹਾ ਦਈਏ ਯਾਰ ਉੱਥੋਂ ਹੀ ਤਾਂ ਨਿਕਲੇ ਆ ਉੱਥੋਂ ਹੀ ਤਾਂ ਸਾਡੀ ਮਾੜੀ ਮੋਟੀ ਹੋਂਦ ਆ ਉਸੇ ਨੂੰ ਬਚਾਉਣ ਲਈ ਅਸੀਂ ਆਓ ਜੀ ਚੱਲਦਾ ਤੁਸੀਂ ਦੇਖੋ ਪਿੰਡਾਂ 'ਚ ਤਾਂ ਅਸੀਂ ਵਸਦੇ ਹਾਂ ਨਾ ਪਿੰਡਾਂ 'ਚ ਹੀ ਪੰਜਾਬ ਵਸਦਾ ਤੇ ਜੇ ਅਸੀਂ ਹੁਣ ਅੱਜ ਕਿਸਾਨਾਂ ਲਈ ਸੁਨੇਹਾ ਕਹੀਏ ਉਹਨਾਂ ਨੂੰ ਕੀ ਸੁਨੇਹਾ ਦਈਏ ਯਾਰ ਉੱਥੋਂ ਹੀ ਤਾਂ ਨਿਕਲੇ ਆ ਉੱਥੋਂ ਹੀ ਜਿੱਦਾਂ ਦਾ ਮੈਂ ਅੰਦਰ ਗਿਆ ਜੀ ਪਤਾ ਨਹੀਂ ਬਾਬੇ ਨਾਨਕ ਦੀ 10ਵੇਂ ਪਾਤਸ਼ਾਹ ਦੀ ਕੀ ਮਿਹਰ ਆ ਤੇ ਕਿਸੇ ਨੇ ਓਏ ਤੱਕ ਨਹੀਂ ਕਿਹਾ ਮੈਂ ਝੂਠ ਨਹੀਂ ਬੋਲ ਸਕਦਾ ਕਦੇ ਹਨਾ ਇਹ ਜ਼ਰੂਰ ਆ ਵੀ ਉਹਨਾਂ ਨੇ ਆਪਦਾ ਜੋ ਕਰਨਾ ਸੀ ਉਹਨਾਂ ਕੰਮ ਕੀਤਾ ਜੀ ਸ਼ੁਰੂ ਚ ਕਈ ਵਾਰੀ ਤੁਹਾਨੂੰ ਸੌਣ ਨਹੀਂ ਦਿੰਦੇ ਤੁਹਾਨੂੰ ਕੁਐਸਚਨਸ ਕਰਦੇ ਆ ਹਨਾ ਤੁਹਾਨੂੰ ਕੁਝ ਖਾਣ ਨੂੰ ਨਹੀਂ ਦਿੰਦੇ ਪਰ ਕਿਸੇ ਨੇ ਕੋਈ ਬਦਤਮੀਜ਼ੀ ਨਹੀਂ ਕਿਸੇ ਨੇ ਕਿਸੇ ਤਰ੍ਹਾਂ ਦਾ ਮੇਰੇ ਨਾਲ ਮਾੜਾ ਵਤੀਰਾ ਨਹੀਂ ਇਹ ਪਤਾ ਨਹੀਂ ਕਿਉਂ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਮੋਰਚੇ 'ਚ ਸੀ ਨਾ ਵੀ ਸ਼ਹੀਦਾਂ ਸਿੰਘਾਂ ਦਾ ਪਹਿਰਾ ਮੈਂ ਤਾਂ ਪ੍ਰਤੱਖ ਕੀਤੀ ਆ ਉਹ ਗੱਲ ਸ਼ਹੀਦਾਂ ਸਿੰਘਾਂ ਦਾ ਪਹਿਰਾ ਬਾਈ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਹੈ ਕਹਿੰਦੇ ਲੀਡਰ ਬਣ ਕੇ ਬਾਹਰ ਆਉਂਦਾ ਹੈ ਦੀਪ ਸਿੱਧੂ ਬਾਰੇ ਕੀ ਸਮਝਿਆ ਜਾਵੇ ਕਿ ਦੀਪ ਸਿੱਧੂ ਮੈਂ ਤਾਂ ਇੱਕ ਸੋਲਜਰ ਹਾਂ ਜੀ ਹਨਾ ਇੱਕ ਸੇਵਾਦਾਰ ਹਾਂ ਤੇ ਉਵੇਂ ਹੀ ਆਪਾਂ ਕੰਮ ਕਰਦੇ ਰਹਾਂਗੇ ਜਿਵੇਂ ਪਹਿਲਾਂ ਸੀ ਤੇ ਤੁਸੀਂ ਉਹ ਵੇਖ ਵੀ ਲਓਗੇ ਬਾਈ ਮੋਰਚੇ ਬਾਰੇ ਕੁਝ ਦੱਸੋ ਕਿ ਮੋਰਚੇ ਚਾਹੋਗੇ ਦੇਖੋ ਮੋਰਚੇ ਅਸੀਂ ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਆ ਮੇਰੀ ਪੂਰੀ ਸਪੋਰਟ ਤੇ ਸੋਲੀਡੈਰਿਟੀ ਸਾਡੇ ਜਿਹੜੇ ਫਾਰਮਰਸ ਆ ਸਾਡੇ ਕਿਸਾਨ ਆ ਉਹਨਾਂ ਦੇ ਨਾਲ ਹੈਗੀ ਆ ਹਨਾ ਮੈਂ ਉਹਨਾਂ ਦਾ ਸੋਲਜਰ ਆ ਜਦੋਂ ਮੈਨੂੰ ਜਿੱਥੇ ਮਰਜ਼ੀ ਹੁਕਮ ਲਾਉਣ ਮੈਂ ਨਾਲ ਖੜਾ ਤੁਹਾਡਾ ਜਿਹੜਾ ਤੰਬੂ ਹੈ ਬਾਈ ਉਹ ਅਸੀਂ ਦੇਖ ਰਹੇ ਹਾਂ ਕਿ ਦੁਬਾਰਾ ਬਿਲਡ ਹੋ ਰਿਹਾ ਜਿਹੜਾ ਹਨੇਰੀ ਆਈ ਉਹ ਗਿਰ ਗਿਆ ਸੀ ਕੀ ਦੀਪ ਸਿੱਧੂ ਹੁਣ ਉਹ ਤੰਬੂ ਦੇ ਵਿੱਚ ਦੁਬਾਰਾ ਨਜ਼ਰ ਆਵੇਗਾ ਹਾਂਜੀ ਉਹ ਦੇਖੋ ਇਹੋ ਜਿਹੀਆਂ ਹਨੇਰੀਆਂ ਨੂਰੀਆਂ ਹਵਾਵਾਂ ਵਗਦੀਆਂ ਰਹਿੰਦੀਆਂ ਪਰ ਆਪਾਂ ਵਿੱਚ ਖੜੇ ਰਹਿਣਾ ਪੈਂਦਾ ਉਹਨਾਂ ਦੇ ਵਿੱਚ ਬਾਕੀ ਤੁਹਾਡਾ ਕੀ ਰੋਡ ਮੈਪ ਹੈ ਜੀ ਪੰਜਾਬ ਦੇ ਲੋਕਾਂ ਨਾਲ ਵਿਚਰੋਗੇ ਜੀ ਤੁਸੀਂ ਦੇਖੋ ਆਪਾਂ ਹੁਣ ਜਿਹੜੀ ਅੱਗੇ ਬਾਲੀ ਗੱਲ ਹੈ ਨਾ ਵੀਲ ਟਾਕ ਔਨ ਅ ਸੈਪਰੇਟ ਡੇ ਔਨ ਅ ਸੈਪਰੇਟ ਪਲੇਟਫਾਰਮ ਬਿਕਾਜ਼ ਹਜੇ ਤਾਂ ਮੈਂ ਬਾਹਰ ਆਇਆ ਮੈਨੂੰ ਹਜੇ ਸਮਝ ਹੀ ਨਹੀਂ ਆ ਰਹੀ ਲਿਟਰਲੀ ਆਈ ਡੋਨਟ ਨੋ ਇਟ ਫੀਲਸ ਲਾਈਕ ਅ ਡਿਫਰੈਂਟ ਵਰਲਡ ਆਲ ਟੁਗੇਦਰ ਅੱਛਾ ਦੀਪ ਸਿੱਧੂ ਵੀਰੇ ਇਹ ਚੀਜ਼ ਜ਼ਰੂਰ ਦੱਸੋ ਤੁਸੀਂ ਆਰਗੂਮੈਂਟ ਕੀਤਾ ਸੀਗਾ ਕਿ ਉਹਨਾਂ ਦੀ ਵੀਡੀਓਜ਼ ਜਿੱਦਾਂ ਦਾ ਮੈਂ ਅੰਦਰ ਗਿਆ ਪਤਾ ਨਹੀਂ ਬਾਬੇ ਨਾਨਕ ਦੀ 10ਵੇਂ ਪਾਤਸ਼ਾਹ ਦੀ ਕੀ ਮਿਹਰ ਆ ਤੇ ਕਿਸੇ ਨੇ ਓਏ ਤੱਕ ਨਹੀਂ ਕਿਹਾ ਮੈਂ ਝੂਠ ਨਹੀਂ ਬੋਲ ਸਕਦਾ ਕਦੇ ਹਨਾ ਇਹ ਜ਼ਰੂਰ ਆ ਵੀ ਉਹਨਾਂ ਨੇ ਆਪਦਾ ਜੋ
ਕਰਨਾ ਸੀ ਉਹਨਾਂ ਕੰਮ ਕੀਤਾ ਜੀ ਸ਼ੁਰੂ ਚ ਮੈਂ ਕਈ ਵਾਰੀ ਤੁਹਾਨੂੰ ਸੌਣ ਨਹੀਂ ਦਿੰਦੇ, ਤੁਹਾਨੂੰ ਕੁਐਸਚਨਸ ਕਰਦੇ ਆ ਹਨਾ, ਤੁਹਾਨੂੰ ਕੁਝ ਖਾਣ ਨੂੰ ਨਹੀਂ ਦਿੰਦੇ, ਜੀ। ਪਰ ਕਿਸੇ ਨੇ ਕੋਈ ਬਦਤਮੀਜ਼ੀ ਨਹੀਂ, ਕਿਸੇ ਨੇ ਕਿਸੇ ਤਰ੍ਹਾਂ ਦਾ ਮੇਰੇ ਨਾਲ ਮਾੜਾ ਵਤੀਰਾ ਜੀ। ਨਹੀਂ। ਇਹ ਪਤਾ ਨਹੀਂ ਕਿਉਂ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਮੋਰਚੇ 'ਚ ਸੀ ਨਾ ਵੀ ਸ਼ਹੀਦਾਂ ਸਿੰਘਾਂ ਦਾ ਪਹਿਰਾ, ਜੀ। ਮੈਂ ਤਾਂ ਪ੍ਰਤੱਖ ਕੀਤੀ ਆ ਉਹ ਗੱਲ, ਸ਼ਹੀਦਾਂ ਸਿੰਘਾਂ ਦਾ ਬਾਈ ਪਹਿਰਾ ਬਾਈ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਹੈ ਕਹਿੰਦੇ ਲੀਡਰ ਬਣ ਕੇ ਬਾਹਰ ਆਉਂਦਾ ਹੈ। ਦੀਪ ਸਿੱਧੂ ਬਾਰੇ ਕੀ ਸਮਝਿਆ ਜਾਵੇ ਕਿ ਦੀਪ ਸਿੱਧੂ ਮੈਂ ਤਾਂ ਇੱਕ ਸੋਲਜਰ ਹਾਂ ਜੀ। ਜੀ ਹਨਾ, ਇੱਕ ਸੇਵਾਦਾਰ ਹਾਂ ਤੇ ਉਵੇਂ ਹੀ ਆਪਾਂ ਕੰਮ ਕਰਦੇ ਰਹਾਂਗੇ ਜਿਵੇਂ ਪਹਿਲਾਂ ਸੀ, ਤੇ ਤੁਸੀਂ ਉਹ ਵੇਖ ਵੀ ਲਓਗੇ। ਬਾਈ ਮੋਰਚੇ ਬਾਰੇ ਕੁਝ ਦੱਸੋ ਕਿ ਮੋਰਚੇ ਚਾਹੋਗੇ? ਦੇਖੋ ਮੋਰਚੇ ਅਸੀਂ ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਆ ਜੀ। ਮੇਰੀ ਪੂਰੀ ਸਪੋਰਟ ਤੇ ਸੋਲੀਡੈਰਿਟੀ ਸਾਡੇ ਜਿਹੜੇ ਫਾਰਮਰਸ ਆ, ਸਾਡੇ ਕਿਸਾਨ ਆ, ਉਹਨਾਂ ਦੇ ਨਾਲ ਹੈਗੀ ਆ ਹਨਾ, ਮੈਂ ਉਹਨਾਂ ਦਾ ਸੋਲਜਰ ਆ। ਜੀ। ਜਦੋਂ ਮੈਨੂੰ ਜਿੱਥੇ ਮਰਜ਼ੀ ਹੁਕਮ ਲਾਉਣ ਮੈਂ ਨਾਲ ਖੜਾ। ਤੁਹਾਡਾ ਜਿਹੜਾ ਤੰਬੂ ਹੈ ਬਾਈ ਉਹ ਅਸੀਂ ਦੇਖ ਰਹੇ ਹਾਂ ਕਿ ਦੁਬਾਰਾ ਬਿਲਡ ਹੋ ਰਿਹਾ ਹੈ। ਜਿਹੜਾ ਹਨੇਰੀ ਆਈ ਉਹ ਗਿਰ ਗਿਆ ਸੀ, ਕੀ ਦੀਪ ਸਿੱਧੂ ਹੁਣ ਉਹ ਤੰਬੂ ਦੇ ਵਿੱਚ ਦੁਬਾਰਾ ਨਜ਼ਰ ਆਵੇਗਾ? ਹਾਂਜੀ, ਉਹ ਦੇਖੋ ਹੁਣ ਇਹੋ ਜਿਹੀਆਂ ਨੇਰੀਆਂ ਨੂਰੀਆਂ ਹਵਾਵਾਂ ਵਗਦੀਆਂ ਰਹਿੰਦੀਆਂ ਜੀ, ਪਰ ਆਪਾਂ ਵਿੱਚ ਖੜੇ ਰਹਿਣਾ ਪੈਂਦਾ ਉਹਨਾਂ ਦੇ ਵਿੱਚ। ਤੇ ਬਾਕੀ ਪੰਜਾਬ ਜਾਓਗੇ ਅੱਗੇ ਤੁਹਾਡਾ ਕੀ ਰੋਡ ਮੈਪ ਹੈ ਜੀ? ਪੰਜਾਬ ਦੇ ਲੋਕਾਂ ਨਾਲ ਵਿਚਰੋਗੇ ਜੀ ਤੁਸੀਂ? ਦੇਖੋ ਆਪਾਂ ਹੁਣ ਜਿਹੜੀ ਅੱਗੇ ਬਾਲੀ ਗੱਲ ਹੈ ਨਾ, ਵੀਲ ਟਾਕ ਔਨ ਅ ਸੈਪਰੇਟ ਡੇ ਔਨ ਅ ਸੈਪਰੇਟ ਪਲੇਟਫਾਰਮ, ਬਿਕਾਜ਼ ਹਜੇ ਤਾਂ ਮੈਂ ਬਾਹਰ ਆਇਆ, ਮੈਨੂੰ ਹਜੇ ਸਮਝ ਹੀ ਨਹੀਂ ਆ ਰਹੀ ਲਿਟਰਲੀ, ਆਈ ਡੋਨਟ ਨੋ, ਇਟ ਫੀਲਸ ਲਾਈਕ ਅ ਡਿਫਰੈਂਟ ਵਰਲਡ ਆਲ ਟੁਗੇਦਰ। ਅੱਛਾ ਦੀਪ ਸਿੱਧੂ ਵੀਰੇ, ਇਹ ਚੀਜ਼ ਜ਼ਰੂਰ ਦੱਸੋ, ਤੁਸੀਂ ਆਰਗੂਮੈਂਟ ਕੀਤਾ ਸੀਗਾ ਕਿ ਉਹਨਾਂ ਦੀ ਵੀਡੀਓਜ਼ ਜਿੱਦਾਂ ਦਾ ਮੈਂ ਅੰਦਰ ਗਿਆ ਜੀ। ਪਤਾ ਨਹੀਂ ਬਾਬੇ ਨਾਨਕ ਦੀ 10ਵੇਂ ਪਾਤਸ਼ਾਹ ਦੀ ਕੀ ਮਿਹਰ ਆ, ਤੇ ਕਿਸੇ ਨੇ ਓਏ ਤੱਕ ਨਹੀਂ ਕਿਹਾ, ਮੈਂ ਝੂਠ ਨਹੀਂ ਬੋਲ ਸਕਦਾ ਜੀ। ਕਦੇ ਹਨਾ, ਇਹ ਜ਼ਰੂਰ ਨਹੀਂ। ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਇੱਕ ਫੈਜ਼ ਸਾਹਿਬ ਨੇ ਗੱਲ ਲਿਖੀ ਸੀ ਜੀ। तेरे गम को जहाँ की तलाश थी तेरे जाने सार चले गए, तेरी राह में करते थे सर तलब सरे राह गुजर चले गए, ये हम ही थे जिनके लिबास पर सरे राह स्याही लिखी गई, यही दाग सजा सजा के हम सरे बज़ में यार चले ਜੀ गए। ਬਾਈ ਤੁਸੀਂ ਇੱਕ ਤਾਂ ਇਹ- ਕਿਤਾਬ ਹਾਂਜੀ। ਜੀ ਇੱਕ ਤੁਸੀਂ ਕਿਤਾਬ ਵੀ ਲਿਖ ਰਹੇ ਹੋ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਕਿਹਾ ਸੀ ਬਾਹਰ ਆ ਕੇ, ਉਹਦੇ ਬਾਰੇ ਜ਼ਰੂਰ ਚਾਨਣਾ ਪਾਇਓ। That's just my journey। ਜੀ ਹਾਂਜੀ, ਤਾਂ ਉਹ ਹਜੇ ਤਾਂ ਉਹਨੂੰ ਟਾਈਮ ਲੱਗੂਗਾ ਤੇ ਆਪਾਂ ਫਿਰ ਕਰਾਂਗੇ ਗੱਲ, ਪਰ ਥੈਂਕ ਯੂ। ਚੜ੍ਹਦੀ ਕਲਾ ਦੇ ਕੇ ਚੜ੍ਹਦੀ ਕਲਾ ਨਹੀਂ, ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਇੱਕ ਫੈਜ਼ ਸਾਹਿਬ ਨੇ ਗੱਲ ਲਿਖੀ ਸੀ ਜੀ। तेरे गम को जहाँ की तलाश थी तेरे जाने सार चले गए, तेरी राह में करते थे सर तलब सरे राह गुजर चले गए, ये हम ही थे जिनके लिबास पर सरे राह स्याही लिखी गई, यही दाग सजा सजा के हम सरे बज़ में यार चले ਜੀ गए। ਬਾਈ ਤੁਸੀਂ ਇੱਕ ਤਾਂ ਇਹ- ਕਿਤਾਬ ਜੀ ਹਾਂਜੀ। ਇੱਕ ਤੁਸੀਂ ਕਿਤਾਬ ਵੀ ਲਿਖ ਰਹੇ ਹੋ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਕਿਹਾ ਸੀ ਬਾਹਰ ਆ ਕੇ, ਉਹਦੇ ਬਾਰੇ ਜ਼ਰੂਰ ਚਾਨਣਾ ਪਾਇਓ। That's just my journey। ਜੀ ਹਾਂਜੀ, ਤਾਂ ਉਹ ਹਜੇ ਤਾਂ ਉਹਨੂੰ ਟਾਈਮ ਲੱਗੂਗਾ ਤੇ ਆਪਾਂ ਫਿਰ ਕਰਾਂਗੇ ਗੱਲ, ਪਰ ਥੈਂਕ ਯੂ। ਚੜ੍ਹਦੀ ਕਲਾ ਦੇ ਕੇ ਚੜ੍ਹਦੀ ਕਲਾ ਨਹੀਂ, ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਇੱਕ ਫੈਜ਼ ਸਾਹਿਬ ਨੇ ਗੱਲ ਲਿਖੀ ਸੀ ਜੀ। तेरे गम को जहाँ की तलाश थी तेरे जाने सार चले गए, तेरी राह में करते थे सर तलब सरे राह गुजर चले गए, ये हम ही थे जिनके लिबास पर सरे राह स्याही लिखी गई, यही दाग सजा सजा के हम सरे बज़ में यार चले ਜੀ गए। ਬਾਈ ਤੁਸੀਂ ਇੱਕ ਤਾਂ ਇਹ- ਕਿਤਾਬ ਜੀ ਹਾਂਜੀ। ਇੱਕ ਤੁਸੀਂ ਕਿਤਾਬ ਵੀ ਲਿਖ ਰਹੇ ਹੋ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਕਿਹਾ ਸੀ ਬਾਹਰ ਆ ਕੇ, ਉਹਦੇ ਬਾਰੇ ਜ਼ਰੂਰ ਚਾਨਣਾ ਪਾਇਓ। That's just my journey। ਜੀ ਹਾਂਜੀ, ਤਾਂ ਉਹ ਹਜੇ ਤਾਂ ਉਹਨੂੰ ਟਾਈਮ ਲੱਗੂਗਾ ਤੇ ਆਪਾਂ ਫਿਰ ਕਰਾਂਗੇ ਗੱਲ, ਪਰ ਥੈਂਕ ਯੂ। ਚੜ੍ਹਦੀ ਕਲਾ ਦੇ ਕੇ ਚੜ੍ਹਦੀ ਕਲਾ ਨਹੀਂ, ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਇੱਕ ਫੈਜ਼ ਸਾਹਿਬ ਨੇ ਗੱਲ ਲਿਖੀ ਸੀ ਜੀ। तेरे गम को जहाँ की तलाश थी तेरे जाने सार चले गए, तेरी राह में करते थे सर तलब सरे राह गुजर चले गए, ये हम ही थे जिनके लिबास पर सरे राह स्याही लिखी गई, यही दाग सजा सजा के हम सरे बज़ में यार चले ਜੀ गए। ਬਾਈ ਤੁਸੀਂ ਇੱਕ ਤਾਂ ਇਹ- ਕਿਤਾਬ ਜੀ ਹਾਂਜੀ। ਇੱਕ ਤੁਸੀਂ ਕਿਤਾਬ ਵੀ ਲਿਖ ਰਹੇ ਹੋ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਨੇ ਕਿਹਾ ਸੀ ਬਾਹਰ ਆ ਕੇ, ਉਹਦੇ ਬਾਰੇ ਜ਼ਰੂਰ ਚਾਨਣਾ ਪਾਇਓ। That's just my journey। ਜੀ ਹਾਂਜੀ, ਤਾਂ ਉਹ ਹਜੇ ਤਾਂ ਉਹਨੂੰ ਟਾਈਮ ਲੱਗੂਗਾ ਤੇ ਆਪਾਂ ਫਿਰ ਕਰਾਂਗੇ ਗੱਲ, ਪਰ ਥੈਂਕ ਯੂ। ਚੜ੍ਹਦੀ ਕਲਾ ਦੇ ਕੇ ਚੜ੍ਹਦੀ ਕਲਾ ਨਹੀਂ, ਦੇਖੋ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਇੱਕ ਫੈਜ਼ ਸਾਹਿਬ ਨੇ ਗੱਲ ਲਿਖੀ ਸੀ ਜੀ। तेरे गम को जहाँ की तलाश थी तेरे जाने सार चले गए, तेरी राह में करते थे सर तलब सरे राह गुजर चले गए, ये हम ही थे जिनके लिबास पर सरे राह स्याही लिखी गई, यही दाग सजा सजा के हम सरे बज़ में यार चले ਜੀ गए। ਬਾਈ ਤੁਸੀਂ ਇੱਕ ਤਾਂ ਇਹ- ਕਿਤਾਬ ਜੀ ਹਾਂਜੀ। ਇੱਕ ਤੁਸੀਂ ਕਿਤਾਬ ਵੀ ਲਿਖ ਰਹੇ ਹੋ। ਡਾਕਟਰ
ਜਦੋਂ ਬਾਬਰ ਆਇਆ ਸੀ ਚੜ੍ਹ ਕੇ ਤਾਂ ਉਦੋਂ ਗੁਰੂ ਨਾਨਕ ਸਾਹਿਬ ਨੇ ਹੀ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਤੇ ਜਦੋਂ ਸਾਡੇ ਆਦਰਸ਼ ਉਹ ਆ, ਸਾਡਾ ਅਕੀਦਾ ਉਹ ਆ, ਫਿਰ ਅਸੀਂ ਕਿਵੇਂ ਪਿੱਛੇ ਰਹਿ ਜਾਵਾਂਗੇ? यार पहली बार कर रहे थे बाइक से ਔਰ ਸਾਨੂੰ ਸਿਖਾਇਆ ਕੀ ਗਿਆ? ਮਜਲੂਮਾਂ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ। 10ਵੇਂ ਪਾਤਸ਼ਾਹ ਨੇ ਸਾਨੂੰ ਇਹੀ ਗੱਲ ਸਿਖਾਈ ਆ। ਸੋ ਜਿੰਨਾ ਕੁ ਆਪਾਂ ਪਹਿਰਾ ਦੇ ਸਕਦੇ ਆ ਉਹਨਾਂ ਗੱਲਾਂ ਤੇ ਹੌਸਲਾ ਉਹਨੇ ਦੇਣਾ ਤੇ ਆਪਦੇ ਅੰਦਰ ਜਿਹੜੇ ਸਾਡੇ ਇਰਾਦੇ ਆ ਉਹਨੇ ਮਜ਼ਬੂਤ ਕਰਨੇ ਆ। ਅਸੀਂ ਭਾਈ ਭਾਰਤੀ ਜਿਹੜੀ ਸਟੇਟ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਰਿਹਾਈ ਹੋ ਗਈ ਸੀ ਤੇ ਤੁਰੰਤ ਇੱਕ ਉਹ ਕੇਸ ਪਾ ਦਿੱਤਾ ਗਿਆ। ਦਿੱਲੀ ਜਿਹੜਾ ਲਾਲ ਕਿਲੇ ਤੇ ਘਟਨਾ ਹੋਈ ਆ ਉਹਦੇ ਬਾਰੇ 2 ਕੇਸ ਪਾਏ ਗਏ ਨੇ, ਪਰ ਬਣਦਾ ਇਹ ਹੈ ਕਿ ਇੱਕ ਘਟਨਾ ਦੇ ਉੱਤੇ ਇੱਕ ਕੇਸ ਹੋਣਾ ਚਾਹੀਦਾ ਆ। ਨਹੀਂ, ਇਹ ਗੱਲ ਆ ਨਾ ਜਿਹੜੀ ਹੁਣੇ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ। ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ you guys were there to support me, you know, ਸਾਰਿਆਂ ਨੇ ਮੈਨੂੰ ਸਪੋਰਟ ਕੀਤਾ। ਥੈਂਕ ਯੂ ਸੋ ਮਚ ਫॉर ਬੀਇੰਗ देयर। ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ, ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ। ਦੇਖੋ ਇਹ ਗੱਲ ਮੰਨਣੀ ਪਊਗੀ, ਹਨਾ। ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ। ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ। ਜਮਾਂ ਇੱਕ ਚੀਜ਼ ਕਲੀਅਰ ਕੀਤੀ ਆ। ਜਿਵੇਂ ਮੇਰੇ ਤੇ ਇਲਜ਼ਾਮ ਲਾਏ ਗਏ ਸੀ, ਉਹਨਾਂ ਨੇ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇਨਸਟੀਗੇਟ ਕੀਤਾ, ਨਾ ਇਹਨੇ ਕਿਸੇ ਨੂੰ ਪ੍ਰਵੋਕ ਕੀਤਾ, ਨਾ ਇਹ ਵਾਇਲੈਂਸ 'ਚ ਸੀਗਾ। ਹੋਰ ਬੜੀਆਂ ਗੱਲਾਂ ਉਹਨਾਂ ਨੇ ਕਹੀਆਂ। ਉਵੇਂ ਹੀ ਅੱਜ ਦਾ ਜਿਹੜਾ ਆਰਡਰ ਆ, ਸੋ ਆਈ ਵੁੱਡ ਆਲਵੇਜ਼ ਜਦੋਂ ਬਾਬਰ ਆਇਆ ਸੀ ਚੜ੍ਹ ਕੇ ਤਾਂ ਉਦੋਂ ਗੁਰੂ ਨਾਨਕ ਸਾਹਿਬ ਨੇ ਹੀ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਤੇ ਜਦੋਂ ਸਾਡੇ ਆਦਰਸ਼ ਉਹ ਆ, ਸਾਡਾ ਅਕੀਦਾ ਉਹ ਆ, ਫਿਰ ਅਸੀਂ ਕਿਵੇਂ ਪਿੱਛੇ ਰਹਿ ਜਾਵਾਂਗੇ? यार पहली बार कर रहे थे बाइक से ਔਰ ਸਾਨੂੰ ਸਿਖਾਇਆ ਕੀ ਗਿਆ? ਮਜਲੂਮਾਂ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ। 10ਵੇਂ ਪਾਤਸ਼ਾਹ ਨੇ ਸਾਨੂੰ ਇਹੀ ਗੱਲ ਸਿਖਾਈ ਆ। ਸੋ ਜਿੰਨਾ ਕੁ ਆਪਾਂ ਪਹਿਰਾ ਦੇ ਸਕਦੇ ਆ ਉਹਨਾਂ ਗੱਲਾਂ ਤੇ ਹੌਸਲਾ ਉਹਨੇ ਦੇਣਾ ਤੇ ਆਪਦੇ ਅੰਦਰ ਜਿਹੜੇ ਸਾਡੇ ਇਰਾਦੇ ਆ ਉਹਨੇ ਮਜ਼ਬੂਤ ਕਰਨੇ ਆ। ਅਸੀਂ ਭਾਈ ਭਾਰਤੀ ਜਿਹੜੀ ਸਟੇਟ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਰਿਹਾਈ ਹੋ ਗਈ ਸੀ ਤੇ ਤੁਰੰਤ ਇੱਕ ਉਹ ਕੇਸ ਪਾ ਦਿੱਤਾ ਗਿਆ। ਦਿੱਲੀ ਜਿਹੜਾ ਲਾਲ ਕਿਲੇ ਤੇ ਘਟਨਾ ਹੋਈ ਆ ਉਹਦੇ ਬਾਰੇ 2 ਕੇਸ ਪਾਏ ਗਏ ਨੇ, ਪਰ ਬਣਦਾ ਇਹ ਹੈ ਕਿ ਇੱਕ ਘਟਨਾ ਦੇ ਉੱਤੇ ਇੱਕ ਕੇਸ ਹੋਣਾ ਚਾਹੀਦਾ ਆ। ਨਹੀਂ, ਇਹ ਗੱਲ ਆ ਨਾ ਜਿਹੜੀ ਹੁਣੇ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ। ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ you guys were there to support me, you know, ਸਾਰਿਆਂ ਨੇ ਮੈਨੂੰ ਸਪੋਰਟ ਕੀਤਾ। ਥੈਂਕ ਯੂ ਸੋ ਮਚ ਫॉर ਬੀਇੰਗ देयर। ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ, ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ। ਦੇਖੋ ਇਹ ਗੱਲ ਮੰਨਣੀ ਪਊਗੀ, ਹਨਾ। ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ। ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ। ਜਮਾਂ ਇੱਕ ਚੀਜ਼ ਕਲੀਅਰ ਕੀਤੀ ਆ। ਜਿਵੇਂ ਮੇਰੇ ਤੇ ਇਲਜ਼ਾਮ ਲਾਏ ਗਏ ਸੀ, ਉਹਨਾਂ ਨੇ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇਨਸਟੀਗੇਟ ਕੀਤਾ, ਨਾ ਇਹਨੇ ਕਿਸੇ ਨੂੰ ਪ੍ਰਵੋਕ ਕੀਤਾ, ਨਾ ਇਹ ਵਾਇਲੈਂਸ 'ਚ ਸੀਗਾ। ਹੋਰ ਬੜੀਆਂ ਗੱਲਾਂ ਉਹਨਾਂ ਨੇ ਕਹੀਆਂ। ਉਵੇਂ ਹੀ ਅੱਜ ਦਾ ਜਿਹੜਾ ਆਰਡਰ ਆ, ਸੋ ਆਈ ਵੁੱਡ ਆਲਵੇਜ਼ ਜਦੋਂ ਬਾਬਰ ਆਇਆ ਸੀ ਚੜ੍ਹ ਕੇ ਤਾਂ ਉਦੋਂ ਗੁਰੂ ਨਾਨਕ ਸਾਹਿਬ ਨੇ ਹੀ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਤੇ ਜਦੋਂ ਸਾਡੇ ਆਦਰਸ਼ ਉਹ ਆ, ਸਾਡਾ ਅਕੀਦਾ ਉਹ ਆ, ਫਿਰ ਅਸੀਂ ਕਿਵੇਂ ਪਿੱਛੇ ਰਹਿ ਜਾਵਾਂਗੇ? यार पहली बार कर रहे थे बाइक से ਔਰ ਸਾਨੂੰ ਸਿਖਾਇਆ ਕੀ ਗਿਆ? ਮਜਲੂਮਾਂ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ। 10ਵੇਂ ਪਾਤਸ਼ਾਹ ਨੇ ਸਾਨੂੰ ਇਹੀ ਗੱਲ ਸਿਖਾਈ ਆ। ਸੋ ਜਿੰਨਾ ਕੁ ਆਪਾਂ ਪਹਿਰਾ ਦੇ ਸਕਦੇ ਆ ਉਹਨਾਂ ਗੱਲਾਂ ਤੇ ਹੌਸਲਾ ਉਹਨੇ ਦੇਣਾ ਤੇ ਆਪਦੇ ਅੰਦਰ ਜਿਹੜੇ ਸਾਡੇ ਇਰਾਦੇ ਆ ਉਹਨੇ ਮਜ਼ਬੂਤ ਕਰਨੇ ਆ। ਅਸੀਂ ਭਾਈ ਭਾਰਤੀ ਜਿਹੜੀ ਸਟੇਟ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਰਿਹਾਈ ਹੋ ਗਈ ਸੀ ਤੇ ਤੁਰੰਤ ਇੱਕ ਉਹ ਕੇਸ ਪਾ ਦਿੱਤਾ ਗਿਆ। ਦਿੱਲੀ ਜਿਹੜਾ ਲਾਲ ਕਿਲੇ ਤੇ ਘਟਨਾ ਹੋਈ ਆ ਉਹਦੇ ਬਾਰੇ 2 ਕੇਸ ਪਾਏ ਗਏ ਨੇ, ਪਰ ਬਣਦਾ ਇਹ ਹੈ ਕਿ ਇੱਕ ਘਟਨਾ ਦੇ ਉੱਤੇ ਇੱਕ ਕੇਸ ਹੋਣਾ ਚਾਹੀਦਾ ਆ। ਨਹੀਂ, ਇਹ ਗੱਲ ਆ ਨਾ ਜਿਹੜੀ ਹੁਣੇ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ। ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ you guys were there to support me, you know, ਸਾਰਿਆਂ ਨੇ ਮੈਨੂੰ ਸਪੋਰਟ ਕੀਤਾ। ਥੈਂਕ ਯੂ ਸੋ ਮਚ ਫॉर ਬੀਇੰਗ देयर। ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ, ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ। ਦੇਖੋ ਇਹ ਗੱਲ ਮੰਨਣੀ ਪਊਗੀ, ਹਨਾ। ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ। ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ। ਜਮਾਂ ਇੱਕ ਚੀਜ਼ ਕਲੀਅਰ ਕੀਤੀ ਆ। ਜਿਵੇਂ ਮੇਰੇ ਤੇ ਇਲਜ਼ਾਮ ਲਾਏ ਗਏ ਸੀ, ਉਹਨਾਂ ਨੇ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇਨਸਟੀਗੇਟ ਕੀਤਾ, ਨਾ ਇਹਨੇ ਕਿਸੇ ਨੂੰ ਪ੍ਰਵੋਕ ਕੀਤਾ, ਨਾ ਇਹ ਵਾਇਲੈਂਸ 'ਚ ਸੀਗਾ। ਹੋਰ ਬੜੀਆਂ ਗੱਲਾਂ ਉਹਨਾਂ ਨੇ ਕਹੀਆਂ। ਉਵੇਂ ਹੀ ਅੱਜ ਦਾ ਜਿਹੜਾ ਆਰਡਰ ਆ, ਸੋ ਆਈ ਵੁੱਡ ਆਲਵੇਜ਼
ਜਦੋਂ ਬਾਬਰ ਆਇਆ ਸੀ ਚੜ੍ਹ ਕੇ ਤਾਂ ਉਦੋਂ ਗੁਰੂ ਨਾਨਕ ਸਾਹਿਬ ਨੇ ਹੀ ਉਸ ਜ਼ੁਲਮ ਦੇ ਖਿਲਾਫ ਆਵਾਜ਼ ਉਠਾਈ ਤੇ ਜਦੋਂ ਸਾਡੇ ਆਦਰਸ਼ ਉਹ ਆ, ਸਾਡਾ ਅਕੀਦਾ ਉਹ ਆ, ਫਿਰ ਅਸੀਂ ਕਿਵੇਂ ਪਿੱਛੇ ਰਹਿ ਜਾਵਾਂਗੇ? यार पहली बार देख रहे थे बाइक क्या ਔਰ ਸਾਨੂੰ ਸਿਖਾਇਆ ਕੀ ਗਿਆ? ਮਜਲੂਮਾਂ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ। 10ਵੇਂ ਪਾਤਸ਼ਾਹ ਨੇ ਸਾਨੂੰ ਇਹੀ ਗੱਲ ਸਿਖਾਈ ਹੈ। ਸੋ ਜਿੰਨਾ ਕੁ ਆਪਾਂ ਪਹਿਰਾ ਦੇ ਸਕਦੇ ਹਾਂ ਉਹਨਾਂ ਗੱਲਾਂ ਤੇ ਹੌਸਲਾ ਉਹਨੇ ਦੇਣਾ ਤੇ ਆਪਦੇ ਅੰਦਰ ਜਿਹੜੇ ਸਾਡੇ ਇਰਾਦੇ ਆ ਉਹਨੇ ਮਜ਼ਬੂਤ ਕਰਨੇ ਆ। ਅਸੀਂ ਬਾਈ ਭਾਰਤੀ ਜਿਹੜੀ ਸਟੇਟ ਆ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਤੁਹਾਡੀ ਰਿਹਾਈ ਹੋ ਗਈ ਸੀ ਤੇ ਤੁਰੰਤ ਇੱਕ ਉਹ ਕੇਸ ਪਾ ਦਿੱਤਾ ਗਿਆ। ਦਿੱਲੀ ਜਿਹੜਾ ਲਾਲ ਕਿਲੇ ਉੱਤੇ ਘਟਨਾ ਹੋਈ ਹੈ ਉਹਦੇ ਬਾਰੇ 2 ਕੇਸ ਪਾਏ ਗਏ ਨੇ, ਪਰ ਬਣਦਾ ਇਹ ਹੈ ਕਿ ਇੱਕ ਘਟਨਾ ਦੇ ਉੱਤੇ 1 ਕੇਸ ਹੋਣਾ ਚਾਹੀਦਾ ਆ। ਨਹੀਂ, ਇਹ ਗੱਲ ਆ ਨਾ ਜਿਹੜੀ ਹੁਣ ਇਹ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ। ਪਹਿਲੀ ਗੱਲ ਤਾਂ ਤੁਸੀਂ ਸਾਰੇ ਲਾਈਵ ਜੀ ਫੋਟੋ ਮੜੀ ਲਾਈਵ ਜੀ ਬੈਠ ਬੇਨਤੀ ਕਰਨਾ ਚਾਹੁੰਦਾ ਇੱਕ ਮਿੰਟ ਬੇਨਤੀ ਸੁਣੋ। ਪਹਿਲੀ ਗੱਲ ਇਹ ਆ, ਦੇਖੋ ਇਹ ਸਾਰੀ ਜਿਹੜੀ ਲੜਾਈ ਆ ਨਾ, ਇਹ ਕਿਸਾਨਾਂ ਦੀ ਲੜਾਈ ਆ, ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਆ। ਕਈ ਵਾਰ ਕੋਈ ਇਨਸਾਨ ਕਿਸਾਨ ਜਥੇਬੰਦੀ ਵੀ ਕੋਈ ਬੋਲ ਵੀ ਜਾਂਦਾ ਗੱਲ, ਲੇਕਿਨ ਅੱਜ ਅਸੀਂ ਉਹਦੇ ਉੱਤੇ ਚਿਤਾਰ ਕੇ ਉਹਦਾ ਡਿਸਕਸ਼ਨ ਚ ਲਿਆ ਕੇ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੰਟੈਂਸ਼ਨਲੀ ਕੋਈ ਗੱਲ ਕਹੀ ਹੋ ਸਕਦੀ। ਕਈ ਵਾਰ ਬੰਦੇ ਨੇ ਸਹਿਜ ਸੁਭਾਵਿਕ ਗੱਲਾਂ। ਲੜਾਈ ਇੱਕ ਆ, ਉਹ ਜ਼ਬਰ ਔਰ ਜ਼ੁਲਮ ਦੇ ਖਿਲਾਫ ਆ। ਲੜਾਈ ਕਿਸਾਨੀ ਦੀ ਆ, ਔਰ ਕਿਸਾਨੀ ਦੀ ਲੜਾਈ ਅੰਦਰ ਅਗਰ ਮੰਨ ਲਓ ਕੋਈ ਵੱਧ ਵੀ ਬੋਲ ਗਿਆ, ਘੱਟ ਬੋਲ ਗਿਆ, ਸਾਨੂੰ ਉਹਨਾਂ ਗੱਲਾਂ ਵੱਲ ਨਹੀਂ ਦੇਖਣਾ। ਸਿਰਫ ਇੱਕ ਚੀਜ਼ ਵੱਲ ਦੇਖਣਾ, ਨਿਸ਼ਾਨਾ ਕੀ ਆ? ਨਿਸ਼ਾਨਾ ਚਿੜੀ ਦੀ ਅੱਖ ਆ ਤੇ ਉਹ ਲੜਾਈ ਲੜਨੀ ਆ। ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ, ਇਹੋ ਜੀ ਕੋਈ ਗੱਲ ਨਾ ਕੀਤੀ ਜਾਵੇ ਜਿਹਦੇ ਨਾਲ ਨਾ ਆਪਸੀ ਅੰਦਰ ਕੋਈ ਨੁਕਸਾਨ ਹੋਵੇ। ਦੀਪ ਬਾਈ ਬੰਦੇ ਦੇ ਸਰੀਰ ਨੂੰ ਮਾਰਿਆ। ਲਾਈਵ ਜੀ ਫੋਟੋ ਮੜੀ ਲਾਈਵ ਜੀ ਬੈਠ ਬੇਨਤੀ ਕਰਨਾ ਚਾਹੁੰਦਾ ਇੱਕ ਮਿੰਟ ਬੇਨਤੀ ਸੁਣੋ। ਪਹਿਲੀ ਗੱਲ ਇਹ ਆ, ਦੇਖੋ ਇਹ ਸਾਰੀ ਜਿਹੜੀ ਲੜਾਈ ਆ ਨਾ, ਇਹ ਕਿਸਾਨਾਂ ਦੀ ਲੜਾਈ ਆ, ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਆ। ਕਈ ਵਾਰ ਕੋਈ ਇਨਸਾਨ ਕਿਸਾਨ ਜਥੇਬੰਦੀ ਵੀ ਕੋਈ ਬੋਲ ਵੀ ਜਾਂਦਾ ਗੱਲ, ਲੇਕਿਨ ਅੱਜ ਅਸੀਂ ਉਹਦੇ ਉੱਤੇ ਚਿਤਾਰ ਕੇ ਉਹਦਾ ਡਿਸਕਸ਼ਨ ਚ ਲਿਆ ਕੇ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੰਟੈਂਸ਼ਨਲੀ ਕੋਈ ਗੱਲ ਕਹੀ ਹੋ ਸਕਦੀ। ਕਈ ਵਾਰ ਬੰਦੇ ਨੇ ਸਹਿਜ ਸੁਭਾਵਿਕ ਗੱਲਾਂ। ਲੜਾਈ ਇੱਕ ਆ, ਉਹ ਜ਼ਬਰ ਔਰ ਜ਼ੁਲਮ ਦੇ ਖਿਲਾਫ ਆ। ਲੜਾਈ ਕਿਸਾਨੀ ਦੀ ਆ, ਔਰ ਕਿਸਾਨੀ ਦੀ ਲੜਾਈ ਅੰਦਰ ਅਗਰ ਮੰਨ ਲਓ ਕੋਈ ਵੱਧ ਵੀ ਬੋਲ ਗਿਆ, ਘੱਟ ਬੋਲ ਗਿਆ, ਸਾਨੂੰ ਉਹਨਾਂ ਗੱਲਾਂ ਵੱਲ ਨਹੀਂ ਦੇਖਣਾ। ਸਿਰਫ ਇੱਕ ਚੀਜ਼ ਵੱਲ ਦੇਖਣਾ, ਨਿਸ਼ਾਨਾ ਕੀ ਆ? ਨਿਸ਼ਾਨਾ ਚਿੜੀ ਦੀ ਅੱਖ ਆ ਤੇ ਉਹ ਲੜਾਈ ਲੜਨੀ ਆ। ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ, ਇਹੋ ਜੀ ਕੋਈ ਗੱਲ ਨਾ ਕੀਤੀ ਜਾਵੇ ਜਿਹਦੇ ਨਾਲ ਨਾ ਆਪਸੀ ਅੰਦਰ ਕੋਈ ਨੁਕਸਾਨ ਹੋਵੇ। ਦੀਪ ਬਾਈ ਬੰਦੇ ਦੇ ਸਰੀਰ ਨੂੰ ਮਾਰਿਆ। ਲਾਈਵ ਜੀ ਫੋਟੋ ਮੜੀ ਲਾਈਵ ਜੀ ਬੈਠ ਬੇਨਤੀ ਕਰਨਾ ਚਾਹੁੰਦਾ ਇੱਕ ਮਿੰਟ ਬੇਨਤੀ ਸੁਣੋ। ਪਹਿਲੀ ਗੱਲ ਇਹ ਆ, ਦੇਖੋ ਇਹ ਸਾਰੀ ਜਿਹੜੀ ਲੜਾਈ ਆ ਨਾ, ਇਹ ਕਿਸਾਨਾਂ ਦੀ ਲੜਾਈ ਆ, ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਆ। ਕਈ ਵਾਰ ਕੋਈ ਇਨਸਾਨ ਕਿਸਾਨ ਜਥੇਬੰਦੀ ਵੀ ਕੋਈ ਬੋਲ ਵੀ ਜਾਂਦਾ ਗੱਲ, ਲੇਕਿਨ ਅੱਜ ਅਸੀਂ ਉਹਦੇ ਉੱਤੇ ਚਿਤਾਰ ਕੇ ਉਹਦਾ ਡਿਸਕਸ਼ਨ ਚ ਲਿਆ ਕੇ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੰਟੈਂਸ਼ਨਲੀ ਕੋਈ ਗੱਲ ਕਹੀ ਹੋ ਸਕਦੀ। ਕਈ ਵਾਰ ਬੰਦੇ ਨੇ ਸਹਿਜ ਸੁਭਾਵਿਕ ਗੱਲਾਂ। ਲੜਾਈ ਇੱਕ ਆ, ਉਹ ਜ਼ਬਰ ਔਰ ਜ਼ੁਲਮ ਦੇ ਖਿਲਾਫ ਆ। ਲੜਾਈ ਕਿਸਾਨੀ ਦੀ ਆ, ਔਰ ਕਿਸਾਨੀ ਦੀ ਲੜਾਈ ਅੰਦਰ ਅਗਰ ਮੰਨ ਲਓ ਕੋਈ ਵੱਧ ਵੀ ਬੋਲ ਗਿਆ, ਘੱਟ ਬੋਲ ਗਿਆ, ਸਾਨੂੰ ਉਹਨਾਂ ਗੱਲਾਂ ਵੱਲ ਨਹੀਂ ਦੇਖਣਾ। ਸਿਰਫ ਇੱਕ ਚੀਜ਼ ਵੱਲ ਦੇਖਣਾ, ਨਿਸ਼ਾਨਾ ਕੀ ਆ? ਨਿਸ਼ਾਨਾ ਚਿੜੀ ਦੀ ਅੱਖ ਆ ਤੇ ਉਹ ਲੜਾਈ ਲੜਨੀ ਆ। ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ, ਇਹੋ ਜੀ ਕੋਈ ਗੱਲ ਨਾ ਕੀਤੀ। ਇਹ ਗੱਲ ਆ ਨਾ ਜਿਹੜੀ ਹੁਣ ਇਹ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ। ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ you guys were there to support me, you know, ਸਾਰਿਆਂ ਨੇ ਮੈਨੂੰ ਸਪੋਰਟ ਕੀਤਾ। ਥੈਂਕ ਯੂ ਸੋ ਮਚ ਫॉर ਬੀਇੰਗ देयर। ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ, ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ। ਦੇਖੋ ਇਹ ਗੱਲ ਮੰਨਣੀ ਪਊਗੀ ਹਨਾ, ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ। ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ। ਜਮਾਂ ਇੱਕ ਚੀਜ਼ ਕਲੀਅਰ ਕੀਤੀ ਆ। ਜਿਵੇਂ ਮੇਰੇ ਤੇ ਇਲਜ਼ਾਮ ਲਾਏ ਗਏ ਸੀ, ਉਹਨਾਂ ਨੇ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇਨਸਟੀਗੇਟ ਕੀਤਾ, ਨਾ ਇਹਨੇ ਕਿਸੇ ਨੂੰ ਪ੍ਰਵੋਕ ਕੀਤਾ, ਨਾ ਇਹ ਵਾਇਲੈਂਸ 'ਚ ਸੀਗਾ। ਹੋਰ ਬੜੀਆਂ ਗੱਲਾਂ ਉਹਨਾਂ ਨੇ ਕਹੀਆਂ। ਉਵੇਂ ਹੀ ਅੱਜ ਦਾ ਜਿਹੜਾ ਆਰਡਰ ਆ, ਸੋ ਆਈ ਵੁੱਡ ਆਲਵੇਜ਼ ਆਈ ਡੈਫੀਨਿਟਲੀ ਵੁੱਡ ਬੀ ਥੈਂਕਫੁਲ ਟੂ ਦ ਲਾਅ ਆਫ ਦ ਲੈਂਡ। ਦੇਖੋ ਕਾਨੂੰਨ ਨੇ ਤਾਂ ਫੇਅਰ ਟ੍ਰਾਇਲ ਦਿੱਤਾ, ਪਰ ਸਰਕਾਰਾਂ ਕਿ ਜਿਵੇਂ ਚੱਲਦੀਆਂ, ਜਾਂ ਇਹ ਕਹਿ ਲਓ ਕੋਈ ਪੋਲੀਟੀਕਲ ਵੈਂਡੇਟਾ ਹੋਵੇ ਕਿਤੇ, ਉਹਦੇ ਬਾਰੇ ਹਜੇ ਮੈਂ ਕੁਝ ਕਹਿ ਨਹੀਂ ਸਕਦਾ। ਇਹ ਤੁਹਾਨੂੰ ਜ਼ਿਆਦਾ ਹੀ ਪਤਾ, ਤੁਹਾਨੂੰ ਹੁਣ ਸਭ ਕੁਝ ਤੁਹਾਡੇ ਸਾਹਮਣੇ ਇਹ ਗੱਲ ਆ ਨਾ ਜਿਹੜੀ ਹੁਣ ਇਹ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ। ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ you guys were there to support me, you know, ਸਾਰਿਆਂ ਨੇ ਮੈਨੂੰ ਸਪੋਰਟ ਕੀਤਾ। ਥੈਂਕ ਯੂ ਸੋ ਮਚ ਫॉर ਬੀਇੰਗ देयर। ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ, ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ। ਦੇਖੋ ਇਹ ਗੱਲ ਮੰਨਣੀ ਪਊਗੀ ਹਨਾ, ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ। ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ। ਜਮਾਂ ਇੱਕ ਚੀਜ਼ ਕਲੀਅਰ ਕੀਤੀ ਆ। ਜਿਵੇਂ ਮੇਰੇ ਤੇ ਇਲਜ਼ਾਮ ਲਾਏ ਗਏ ਸੀ, ਉਹਨਾਂ ਨੇ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇਨਸਟੀਗੇਟ ਕੀਤਾ, ਨਾ ਇਹਨੇ ਕਿਸੇ ਨੂੰ ਪ੍ਰਵੋਕ ਕੀਤਾ, ਨਾ ਇਹ ਵਾਇਲੈਂਸ 'ਚ ਸੀਗਾ।
ਹੋਰ ਬੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਵੇਂ ਹੀ ਅੱਜ ਦਾ ਜਿਹੜਾ ਆਰਡਰ ਆ ਸੋ ਆਈ ਵੁੱਡ ਆਲਵੇਜ਼ ਆਈ ਮੀਨ ਆਈ ਡੈਫੀਨਿਟਲੀ ਵੁੱਡ ਬੀ ਥੈਂਕਫੁਲ ਟੂ ਦਾ ਲਾਅ ਆਫ ਦਾ ਲੈਂਡ ਦੇਖੋ ਕਾਨੂੰਨ ਨੇ ਤਾਂ ਫੇਅਰ ਟ੍ਰਾਇਲ ਦਿੱਤਾ ਪਰ ਸਰਕਾਰਾਂ ਕਿ ਜਿਵੇਂ ਚੱਲਦੀਆਂ ਜਾਂ ਇਹ ਕਹਿ ਲਓ ਕੋਈ ਪੋਲੀਟੀਕਲ ਵੈਂਡੇਟਾ ਹੋਵੇ ਕਿਤੇ ਉਹਦੇ ਬਾਰੇ ਹਜੇ ਮੈਂ ਕੁਝ ਕਹਿ ਨਹੀਂ ਸਕਦਾ ਇਹ ਤੁਹਾਨੂੰ ਜ਼ਿਆਦਾ ਹੀ ਪਤਾ ਤੁਹਾਨੂੰ ਹੁਣ ਸਭ ਕੁਝ ਤੁਹਾਡੇ ਸਾਹਮਣੇ ਭਾਰਤੀ ਜੇਲ੍ਹਾਂ ਦੇ ਵਿੱਚ ਤੁਹਾਡਾ ਵਤੀਰਾ ਇਹ ਗੱਲ ਹੈ ਨਾ ਜਿਹੜੀ ਹੁਣ ਇਹ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ you guys were there to support me you know ਸਾਰਿਆਂ ਨੇ ਮੈਨੂੰ ਸਪੋਰਟ ਕੀਤਾ ਥੈਂਕ ਯੂ ਸੋ ਮਚ ਫॉर ਬੀਇੰਗ देयर ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ ਦੇਖੋ ਇਹ ਗੱਲ ਮੰਨਣੀ ਪਊਗੀ ਹਨਾ ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਹਰ ਆ ਗਏ ਤਾਂ ਉਹਨਾਂ ਦੇ पीछे पीछे हो जाओ पीछे ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਇੱਕ ਸੰਦੇਸ਼ ਕਰ ਸਰੋਪਾ ਦੇ ਸਰੋਪਾ ਨਾਲ ਇਹਨਾਂ ਦੇ ਉਹ ਸੰਪੀਨ ਜੋ ਸਤਿ ਸ੍ਰੀ ਅਕਾਲ ਸਨਮਾਨ ਕੀਤਾ ਜਾ ਰਿਹਾ ਇੱਕ ਲੰਬੇ ਸਮੇਂ ਤੋਂ ਬਾਅਦ ਇੰਤਜ਼ਾਰ ਕੀਤਾ ਜਾ ਰਿਹਾ ਸੀ ਗੱਲਬਾਤ ਕਰਾਂਗੇ ਸੇਠਾ ਸਾਹਿਬ ਕੀ ਕਹਿਣਾ ਚਾਹੋਗੇ ਓ ਭਾਈ ਜਿਹੜੇ you guys were there to support me you know ਸਾਰਿਆਂ ਨੇ ਮੈਨੂੰ ਸਪੋਰਟ ਕੀਤਾ ਥੈਂਕ ਯੂ ਸੋ ਮਚ ਫॉर ਬੀਇੰਗ ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ ਦੇਖੋ ਇਹ ਗੱਲ ਮੰਨਣੀ ਪਊਗੀ ਹਨਾ ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ ਜਮਾਂ ਇੱਕ ਇੱਕ ਚੀਜ਼ ਕਲੀਅਰ ਕੀਤੀ ਆ ਜਿਵੇਂ ਮੇਰੇ ਤੇ ਇਲਜ਼ਾਮ ਲਾਏ ਗਏ ਸੀ ਉਹਨਾਂ ਨੇ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇਨਸਟੀਗੇਟ ਕੀਤਾ ਨਾ ਇਹਨੇ ਕਿਸੇ ਨੂੰ ਪ੍ਰਵੋਕ ਕੀਤਾ ਨਾ ਇਹ ਵਾਇਲੈਂਸ ਸੀਗਾ ਹੋਰ ਬੜੀਆਂ ਗੱਲਾਂ ਉਹਨਾਂ ਨੇ ਕਹੀਆਂ ਉਵੇਂ ਹੀ ਅੱਜ ਦਾ ਜਿਹੜਾ ਆਰਡਰ ਆ ਸੋ ਆਈ ਵੁੱਡ ਆਲਵੇਜ਼ ਆਈ ਮੀਨ ਆਫ ਦਾ ਲੈਂਡ ਦੇਖੋ ਕਾਨੂੰਨ ਨੇ ਤਾਂ ਫੇਅਰ ਟ੍ਰਾਇਲ ਦਿੱਤਾ ਪਰ ਸਰਕਾਰਾਂ ਕਿ ਜਿਵੇਂ ਚੱਲਦੀਆਂ ਜਾਂ ਇਹ ਕਹਿ ਲਓ ਕੋਈ ਪੋਲੀਟੀਕਲ ਵੈਂਡੇਟਾ ਹੋਵੇ ਕਿਤੇ ਉਹਦੇ ਬਾਰੇ ਹਜੇ ਮੈਂ ਕੁਝ ਕਹਿ ਨਹੀਂ ਸਕਦਾ ਇਹ ਤੁਹਾਨੂੰ ਜ਼ਿਆਦਾ ਹੀ ਪਤਾ ਤੁਹਾਨੂੰ ਹੁਣ ਸਭ ਕੁਝ ਤੁਹਾਡੇ ਸਾਹਮਣੇ ਜੇਲ੍ਹਾਂ ਦੇ ਵਿੱਚ ਵਤੀਰਾ ਕਿਵੇਂ ਦਾ ਕੀਤਾ ਗਿਆ ਭਾਰਤੀ ਜੇਲ੍ਹਾਂ ਦੇ ਵਿੱਚ ਤੁਹਾਡੇ ਨਾਲ ਵਤੀਰਾ ਕਿਵੇਂ ਦਾ ਕੀਤਾ ਗਿਆ ਮੈਂ ਥੋੜਾ ਡਾਊਨ ਕਰ ਯਾਰ ਬਾਈ ਯਾਰ ਸੱਚੀ ਗੱਲ ਭਾਜੀ ਹੱਥ ਥੱਲੇ ਰੱਖ ਜਿੱਦਾਂ ਦਾ ਮੈਂ ਅੰਦਰ ਗਿਆ ਜੀ ਪਤਾ ਨਹੀਂ ਬਾਬੇ ਨਾਨਕ ਦੀ 10ਵੇਂ ਪਾਤਸ਼ਾਹ ਦੀ ਕੀ ਮਿਹਰ ਆ ਤੇ ਕਿਸੇ ਨੇ ਓਏ ਤੱਕ ਨਹੀਂ ਕਿਹਾ ਮੈਂ ਝੂਠ ਨਹੀਂ ਬੋਲ ਸਕਦਾ ਜੀ ਹਨਾ ਇਹ ਜ਼ਰੂਰ ਆ ਵੀ ਉਹਨਾਂ ਨੇ ਆਪ ਦਾ ਜੋ ਕਰਨਾ ਸੀ ਉਹਨਾਂ ਕੰਮ ਕੀਤਾ ਸ਼ੁਰੂ ਚ ਮੈਂ ਕਈ ਵਾਰੀ ਤੁਹਾਨੂੰ ਸੌਣ ਨਹੀਂ ਦਿੰਦੇ ਤੁਹਾਨੂੰ ਕੁਐਸਚਨਸ ਕਰਦੇ ਆ ਹਨਾ ਤੁਹਾਨੂੰ ਕੁਝ ਖਾਣ ਨੂੰ ਨਹੀਂ ਦਿੰਦੇ ਪਰ ਕਿਸੇ ਨੇ ਕੋਈ ਬਦਤਮੀਜ਼ੀ ਨਹੀਂ ਕਿਸੇ ਨੇ ਕਿਸੇ ਤਰ੍ਹਾਂ ਦਾ ਮੇਰੇ ਨਾਲ ਮਾੜਾ ਵਤੀਰਾ ਨਹੀਂ ਇਹ ਪਤਾ ਨਹੀਂ ਕਿਉਂ
ਅਸੀਂ ਕਹਿੰਦੇ ਹੁੰਦੇ ਸੀ ਜਦੋਂ ਮੋਰਚੇ 'ਚ ਸੀ ਨਾ ਵੀ ਸ਼ਹੀਦਾਂ ਸਿੰਘਾਂ ਦਾ ਪਹਿਰਾ, ਮੈਂ ਤਾਂ ਪ੍ਰਤੱਖ ਕੀਤੀ ਆ ਉਹ ਗੱਲ, ਸ਼ਹੀਦਾਂ ਸਿੰਘਾਂ ਦਾ ਪਹਿਰਾ ਬਈ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਹੈ ਕਹਿੰਦੇ ਲੀਡਰ ਬਣ ਕੇ ਬਾਹਰ ਆਉਂਦਾ ਹੈ, ਦੀਪ ਸਿੱਧੂ ਬਾਰੇ ਕੀ ਸਮਝਿਆ ਜਾਵੇ ਕਿ ਦੀਪ ਸਿੱਧੂ ਮੈਂ ਤਾਂ ਇੱਕ ਸੋਲਜਰ ਹਾਂ ਜੀ ਹਨਾ, ਇੱਕ ਸੇਵਾਦਾਰ ਹਾਂ ਤੇ ਉਵੇਂ ਹੀ ਆਪਾਂ ਕੰਮ ਕਰਦੇ ਰਹਾਂਗੇ ਜਿਵੇਂ ਪਹਿਲਾਂ ਸੀ, ਤੇ ਤੁਸੀਂ ਉਹ ਵੇਖ ਵੀ ਲਓਗੇ। ਬਈ ਮੋਰਚੇ ਬਾਰੇ ਕੁਝ ਦੱਸੋ, ਮੋਰਚੇ ਚਾਹੋਗੇ? ਦੇਖੋ ਮੋਰਚੇ ਅਸੀਂ ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਹਾਂ, ਮੇਰੀ ਪੂਰੀ ਸਪੋਰਟ ਤੇ ਸੋਲੀਡੈਰਿਟੀ ਸਾਡੇ ਜਿਹੜੇ ਫਾਰਮਰਸ ਆ, ਸਾਡੇ ਕਿਸਾਨ ਆ, ਉਹਨਾਂ ਦੇ ਨਾਲ ਹੈਗੀ ਹਨਾ, ਮੈਂ ਉਹਨਾਂ ਦਾ ਸੋਲਜਰ ਆ, ਜਦੋਂ ਮੈਨੂੰ ਜਿੱਥੇ ਮਰਜ਼ੀ ਹੁਕਮ ਲਾਉਣ ਮੈਂ ਨਾਲ। ਤੁਹਾਡਾ ਜਿਹੜਾ ਤੰਬੂ ਹੈ ਬਾਈ ਉਹ ਅਸੀਂ ਦੇਖ ਰਹੇ ਹਾਂ ਕਿ ਦੁਬਾਰਾ ਬਿਲਡ ਹੋ ਰਿਹਾ ਹੈ, ਜਿਹੜਾ ਹਨੇਰੀ ਆਈ ਉਹ ਗਿਰ ਗਿਆ ਸੀ, ਕੀ ਦੀਪ ਸਿੱਧੂ ਹੁਣ ਉਹ ਤੰਬੂ ਦੇ ਵਿੱਚ ਦੁਬਾਰਾ ਨਜ਼ਰ ਆਵੇਗਾ? ਹਾਂਜੀ ਉਹ ਦੇਖੋ ਇਹੋ ਜਿਹੀਆਂ ਹਨੇਰੀਆਂ ਨੂਰੀਆਂ ਹਵਾਵਾਂ ਲੱਗਦੀਆਂ ਰਹਿੰਦੀਆਂ ਬਾਈ, ਫਿਰ ਮੈਂ ਖੜੇ ਰਹਿਣਾ ਪੈਂਦਾ ਉਹਨਾਂ ਦੇ ਵਿੱਚ। ਤੁਹਾਡੇ ਆ ਤੋਂ ਰਿਹਾ ਸਭ ਕੁਝ ਸਾਫ ਬੋਲੋ ਮਤ ਵੀ ਸ਼ਾਂਤ ਰਹੋ, ਥੱਲੇ ਕਰ ਲੈ ਕਿੱਥੇ ਆ। ਦੇਖੋ ਆਪਾਂ ਹੁਣ ਜਿਹੜੀ ਅੱਗੇ ਵਾਲੀ ਗੱਲ ਹੈ ਨਾ, we'll talk on a separate day on a separate platform because ਹਜੇ ਤਾਂ ਮੈਂ ਬਾਹਰ ਆਇਆ, ਮੈਨੂੰ ਹਜੇ ਸਮਝ ਹੀ ਨਹੀਂ ਆ ਰਹੀ, literally I don't know, it feels like a different world altogether। ਅੱਛਾ ਦੀਪ ਸਿੱਧੂ ਵੀ ਇਹ ਚੀਜ਼ ਜ਼ਰੂਰ ਦੱਸੋ, ਤੁਸੀਂ ਆਰਗੂਮੈਂਟ ਕੀਤਾ ਸੀਗਾ ਕਿ ਉਹਨਾਂ ਦੀ ਵੀਡੀਓਜ਼ ਵੀ ਖੰਗਾਲਣੀਆਂ ਚਾਹੀਦੀਆਂ ਜਿਨ੍ਹਾਂ ਨੇ ਕਿਹਾ ਸੀਗਾ ਕਿ ਲਾਲ ਕਿਲੇ ਤੇ ਜਾਣਾ ਚਾਹੀਦਾ ਹੈਗਾ, ਕਿ ਜੱਜ ਨੇ ਉਸ ਚੀਜ਼ ਨੂੰ ਕੰਸੀਡਰ ਨਹੀਂ ਦੇਖੋ ਮੈਂ ਇਹਨਾਂ ਗੱਲਾਂ 'ਚ ਆਪਾਂ ਹੁਣ ਨਾ ਪਾਈਏ ਫਿਰ ਮੈਂ ਇਹ ਗੱਲ ਚਾਹੁੰਦਾ ਦੇਖੋ ਇੱਕ ਮਿੰਟ ਬੇਨਤੀ ਸੁਣੋ, ਇਹਦੀ ਗੱਲ ਇਹ ਆ, ਦੇਖੋ ਇਹ ਸਾਰੀ ਜਿਹੜੀ ਲੜਾਈ ਆ ਨਾ, ਇਹ ਕਿਸਾਨਾਂ ਦੀ ਲੜਾਈ ਆ, ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਆ। ਕਈ ਵਾਰ ਕੋਈ ਇਨਸਾਨ ਕਿਸਾਨ ਜਥੇਬੰਦੀ ਵੀ ਕੋਈ ਬੋਲ ਵੀ ਜਾਂਦਾ ਗੱਲ, ਲੇਕਿਨ ਅੱਜ ਅਸੀਂ ਉਹਦੇ ਚਿਤਾਰ ਕੇ ਉਹਦਾ ਡਿਸਕਸ਼ਨ 'ਚ ਲਿਆ ਕੇ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੰਟੈਂਸ਼ਨਲੀ ਕੋਈ ਗੱਲ ਕਹੀ ਹੋ ਸਕਦੀ। ਕਈ ਵਾਰ ਬੰਦੇ ਨੇ ਸਹਿਜ ਭਾਵੀ ਗੱਲਾਂ, ਲੜਾਈ ਇੱਕ ਆ, ਉਹ ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਕਿਸਾਨੀ ਦੀ ਆ, ਔਰ ਕਿਸਾਨੀ ਦੀ ਲੜਾਈ ਅੰਦਰ ਅਗਰ ਮੰਨ ਲਓ ਕੋਈ ਵੱਧ ਵੀ ਬੋਲ ਗਿਆ, ਘੱਟ ਬੋਲ ਗਿਆ, ਸਾਨੂੰ ਉਹਨਾਂ ਗੱਲਾਂ ਵੱਲ ਨਹੀਂ ਦੇਖਣਾ, ਸਿਰਫ ਇੱਕ ਚੀਜ਼ ਵੱਲ ਦੇਖਣਾ, ਨਿਸ਼ਾਨਾ ਕੀ ਆ, ਨਿਸ਼ਾਨਾ ਚਿੜੀ ਦੀ ਅੱਖ ਆ ਬਾਈ, ਤੇ ਉਹ ਲੜਾਈ ਲੜਨੀ ਆ। ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ ਇਹੋ ਜੀ ਕੋਈ ਗੱਲ ਨਾ ਕੀਤੀ ਜਾਵੇ ਜਿਹਦੇ ਨਾਲ ਨਾ ਆਪਸੀ ਅੰਦਰ ਕੋਈ ਨੁਕਸਾਨ ਹੋਵੇ। ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਹਰ ਆ ਗਏ ਤਾਂ ਉਹਨਾਂ ਦੇ ਪਿੱਛੇ ਪਿੱਛੇ ਹੋ ਜਾਓ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬਾਈ ਇੱਕ ਸੰਦੇਸ਼ ਸਰੋਪਾ ਦੇ ਸਰੋਪਾ ਇਹਨਾਂ ਦੇ ਦੋ ਸਾਥੀ ਜੋ ਸਤਿ ਸ੍ਰੀ ਅਕਾਲ। ਸਨਮਾਨ ਕੀਤਾ ਜਾਵੇਗਾ। ਇੱਕ ਲੰਬੇ ਸਮੇਂ ਤੋਂ ਬਾਅਦ ਇੰਤਜ਼ਾਰ ਕੀਤਾ ਜਾ ਰਿਹਾ ਸੀ। ਗੱਲਬਾਤ ਕਰਾਂਗੇ। ਸੇਠਾ ਸਾਹਿਬ ਕੀ ਕਹਿਣਾ ਚਾਹੋਗੇ? ਉਹ ਭਾਈ ਜਿਹੜੇ you guys were there to support me, you know, ਸਾਰਿਆਂ ਨੇ ਮੈਨੂੰ ਸਪੋਰਟ ਕੀਤਾ, ਥੈਂਕ ਯੂ ਸੋ ਮਚ ਫॉर ਬੀਇੰਗ। ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ, ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ।
ਦੇਖੋ ਇਹ ਗੱਲ ਮੰਨਣੀ ਪਊਗੀ ਹਨਾ। ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ। ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ। ਜਮਾਂ ਇੱਕ ਚੀਜ਼ ਕਲੀਅਰ ਕੀਤੀ ਆ। ਜਿਵੇਂ ਮੇਰੇ ਤੇ ਇਲਜ਼ਾਮ ਲਾਏ ਗਏ ਸੀ, ਉਹਨਾਂ ਨੇ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇਨਸਟੀਗੇਟ ਕੀਤਾ, ਨਾ ਇਹਨੇ ਕਿਸੇ ਨੂੰ ਪ੍ਰਵੋਕ ਕੀਤਾ, ਨਾ ਇਹ ਵਾਇਲੈਂਸ ਸੀਗਾ। ਹੋਰ ਬੜੀਆਂ ਗੱਲਾਂ ਉਹਨਾਂ ਨੇ ਕਹੀ। ਉਵੇਂ ਹੀ ਅੱਜ ਦਾ ਜਿਹੜਾ ਆਰਡਰ ਆ, ਸੋ ਆਈ ਵੁੱਡ ਆਲਵੇਜ਼ ਆਫ ਦਾ ਲੈਂਡ। ਦੇਖੋ ਕਾਨੂੰਨ ਨੇ ਤਾਂ ਫੇਅਰ ਟ੍ਰਾਇਲ ਦਿੱਤਾ, ਪਰ ਸਰਕਾਰਾਂ ਜਿਵੇਂ ਚੱਲਦੀਆਂ ਜਾਂ ਇਹ ਕਹਿ ਲਓ ਕੋਈ ਪੋਲੀਟੀਕਲ ਵੈਂਡੇਟਾ ਹੋਵੇ ਕਿਤੇ, ਉਹਦੇ ਬਾਰੇ ਹਜੇ ਮੈਂ ਕੁਝ ਕਹਿ ਨਹੀਂ ਸਕਦਾ। ਇਹ ਤੁਹਾਨੂੰ ਜ਼ਿਆਦਾ ਹੀ ਪਤਾ, ਤੁਹਾਨੂੰ ਹੁਣ ਸਭ ਕੁਝ ਤੁਹਾਡੇ ਸਾਹਮਣੇ। ਜੇਲ੍ਹਾਂ ਦੇ ਵਿੱਚ ਵਤੀਰਾ ਕਿਵੇਂ ਦਾ ਕੀਤਾ ਗਿਆ? ਭਾਰਤੀ ਜੇਲ੍ਹਾਂ ਦੇ ਵਿੱਚ ਤੁਹਾਡੇ ਨਾਲ ਵਤੀਰਾ ਕਿਵੇਂ ਦਾ ਕੀਤਾ ਗਿਆ? ਭਾਈ ਥੋੜਾ ਡਾਊਨ ਕਰ ਯਾਰ ਭਾਈ ਯਾਰ ਸੱਚੀ ਗੱਲ ਭਾਜੀ ਹੱਥ ਥੱਲੇ ਰੱਖ। ਜਿੱਦਾਂ ਦਾ ਮੈਂ ਅੰਦਰ ਗਿਆ ਜੀ, ਪਤਾ ਨਹੀਂ ਬਾਬੇ ਨਾਨਕ ਦੀ 10ਵੇਂ ਪਾਤਸ਼ਾਹ ਦੀ ਕੀ ਮਿਹਰ ਆ, ਤੇ ਕਿਸੇ ਨੇ ਓਏ ਤੱਕ ਨਹੀਂ ਕਿਹਾ। ਮੈਂ ਝੂਠ ਨਹੀਂ ਬੋਲ ਸਕਦਾ ਜੀ, ਹਨਾ। ਇਹ ਜ਼ਰੂਰ ਆ ਵੀ ਉਹਨਾਂ ਨੇ ਆਪਦਾ ਜੋ ਕਰਨਾ ਸੀ ਉਹਨਾਂ ਕੰਮ ਕੀਤਾ। ਸ਼ੁਰੂ ਚ ਮੈਂ ਕਈ ਵਾਰੀ ਤੁਹਾਨੂੰ ਸੌਣ ਨਹੀਂ ਦਿੰਦੇ, ਤੁਹਾਨੂੰ ਕੁਐਸਚਨਸ ਕਰਦੇ ਆ ਹਨਾ, ਤੁਹਾਨੂੰ ਕੁਝ ਖਾਣ ਨੂੰ ਨਹੀਂ ਦਿੰਦੇ, ਪਰ ਕਿਸੇ ਨੇ ਕੋਈ ਬਦਤਮੀਜ਼ੀ ਨਹੀਂ, ਕਿਸੇ ਨੇ ਕਿਸੇ ਤਰ੍ਹਾਂ ਦਾ ਮੇਰੇ ਨਾਲ ਮਾੜਾ ਵਤੀਰਾ ਨਹੀਂ। ਇਹ ਪਤਾ ਨਹੀਂ ਕਿਉਂ ਅਸੀਂ ਕਹਿੰਦੇ ਹੁੰਦੇ ਸੀ ਜਦੋਂ ਮੋਰਚੇ 'ਚ ਸੀ ਨਾ ਵੀ ਸ਼ਹੀਦਾਂ ਸਿੰਘਾਂ ਦਾ ਪਹਿਰਾ। ਮੈਂ ਤਾਂ ਪ੍ਰਤੱਖ ਕੀਤੀ ਆ ਉਹ ਗੱਲ, ਸ਼ਹੀਦਾਂ ਸਿੰਘਾਂ ਦਾ ਪਹਿਰਾ। ਇਹ ਜਦੋਂ ਬੰਦਾ ਜੇਲ੍ਹ 'ਚ ਜਾਂਦਾ ਹੈ ਕਹਿੰਦੇ ਲੀਡਰ ਬਣ ਕੇ ਬਾਹਰ ਆਉਂਦਾ ਹੈ। ਦੀਪ ਸਿੱਧੂ ਬਾਰੇ ਕੀ ਸਮਝਿਆ ਜਾਵੇ? ਦੀਪ ਸਿੱਧੂ ਮੈਂ ਤਾਂ ਇੱਕ ਸੋਲਜਰ ਹਾਂ ਜੀ ਹਨਾ, ਇੱਕ ਸੇਵਾਦਾਰ ਹਾਂ, ਤੇ ਉਵੇਂ ਹੀ ਆਪਾਂ ਕੰਮ ਕਰਦੇ ਰਹਾਂਗੇ ਜਿਵੇਂ ਪਹਿਲਾਂ ਸੀ। ਤੇ ਤੁਸੀਂ ਉਹ ਵੇਖ ਵੀ ਲਓਗੇ। ਬਈ ਮੋਰਚੇ ਬਾਰੇ ਕੁਝ ਦੱਸੋ। ਮੋਰਚੇ ਚਾਹੋਗੇ? ਦੇਖੋ ਮੋਰਚੇ ਅਸੀਂ ਆਪਦੀ ਹੋਂਦ ਦੀ ਲੜਾਈ ਲੜੀ ਜਾਂਦੇ ਆ। ਮੇਰੀ ਪੂਰੀ ਸਪੋਰਟ ਤੇ ਸੋਲੀਡੈਰਿਟੀ ਸਾਡੇ ਜਿਹੜੇ ਫਾਰਮਰਸ ਆ, ਸਾਡੇ ਕਿਸਾਨ ਆ, ਉਹਨਾਂ ਦੇ ਨਾਲ ਹੈਗੀ ਹਨਾ। ਮੈਂ ਉਹਨਾਂ ਦਾ ਸੋਲਜਰ ਆ। ਜਦੋਂ ਮੈਨੂੰ ਜਿੱਥੇ ਮਰਜ਼ੀ ਹੁਕਮ ਲਾਉਣ ਮੈਂ ਨਾਲ। ਤੁਹਾਡਾ ਜਿਹੜਾ ਤੰਬੂ ਹੈ ਬਾਈ, ਉਹ ਅਸੀਂ ਦੇਖ ਰਹੇ ਹਾਂ ਕਿ ਦੁਬਾਰਾ ਬਿਲਡ ਹੋ ਰਿਹਾ ਹੈ। ਜਿਹੜਾ ਹਨੇਰੀ ਆਈ ਉਹ ਗਿਰ ਗਿਆ ਸੀ। ਕੀ ਦੀਪ ਸਿੱਧੂ ਹੁਣ ਉਹ ਤੰਬੂ ਦੇ ਵਿੱਚ ਦੁਬਾਰਾ ਨਜ਼ਰ ਆਵੇਗਾ? ਹਾਂਜੀ, ਉਹ ਦੇਖੋ ਇਹੋ ਜਿਹੀਆਂ ਹਨੇਰੀਆਂ ਨੂਰੀਆਂ ਹਵਾਵਾਂ ਲੱਗਦੀਆਂ ਰਹੀਆਂ। ਬਾਈ ਫਿਰ ਮੈਂ ਖੜੇ ਰਹਿਣਾ ਪੈਂਦਾ ਉਹਨਾਂ ਦੇ ਸਰ ਤੁਹਾਡੇ ਆ ਤੋਂ ਰਿਹਾ ਸਭ ਕੁਝ ਸਾਫ ਬੋਲੋ ਕੋਈ ਵੀ ਸ਼ਾਂਤ ਰਹੋ। ਥੱਲੇ ਕਰ ਲੈ ਕਿੱਥੇ ਆਣਾ। ਦੇਖੋ ਆਪਾਂ ਹੁਣ ਜਿਹੜੀ ਅੱਗੇ ਵਾਲੀ ਗੱਲ ਹੈ ਨਾ, we'll talk on a separate day on a separate platform, because ਹਜੇ ਤਾਂ ਮੈਂ ਬਾਹਰ ਆਇਆ, ਮੈਨੂੰ ਹਜੇ ਸਮਝ ਹੀ ਨਹੀਂ ਆ ਰਹੀ। ਲਿਟਰਲੀ I don't know, it feels like a different world altogether। ਅੱਛਾ ਦੀਪ ਸਿੱਧੂ ਵੀ ਇਹ ਚੀਜ਼ ਜ਼ਰੂਰ ਦੱਸੋ, ਤੁਸੀਂ ਆਰਗੂਮੈਂਟ ਕੀਤਾ ਸੀਗਾ ਕਿ ਉਹਨਾਂ ਦੀ ਵੀਡੀਓਜ਼ ਵੀ ਖੰਗਾਲਣੀਆਂ ਚਾਹੀਦੀਆਂ ਜਿਨ੍ਹਾਂ ਨੇ ਕਿਹਾ ਸੀਗਾ ਕਿ ਲਾਲਗਿਰੀ ਤੇ ਜਾਣਾ ਚਾਹੀਦਾ ਹੈਗਾ, ਕਿ ਜੱਜ ਨੇ ਉਸ ਚੀਜ਼ ਨੂੰ ਕੰਸੀਡਰ ਨਹੀਂ ਦੇਖੋ ਮੈਂ ਇਹਨਾਂ ਗੱਲਾਂ ਤੋਂ ਆਪਾਂ ਹੁਣ ਨਾ ਪਾਕੇ ਬੇਨਤੀ ਕਰਨਾ ਚਾਹੁੰਦਾ। ਦੇਖੋ ਇੱਕ ਮਿੰਟ ਬੇਨਤੀ ਸੁਣੋ। ਜਿਹੜੀ ਗੱਲ ਆ, ਦੇਖੋ ਇਹ ਸਾਰੀ ਜਿਹੜੀ ਲੜਾਈ ਆ ਨਾ, ਇਹ ਕਿਸਾਨਾਂ ਦੀ ਲੜਾਈ ਆ, ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਆ। ਕਈ ਵਾਰ ਕੋਈ ਇਨਸਾਨ ਕਿਸਾਨ ਜਥੇਬੰਦੀ ਵੀ ਬੋਲ ਵੀ ਜਾਂਦਾ ਗੱਲ, ਲੇਕਿਨ ਅੱਜ ਅਸੀਂ ਉਹਦੇ ਉੱਤੇ ਉਤਾਰ ਕੇ ਉਹਦਾ ਡਿਸਕਸ਼ਨ 'ਚ ਲਿਆ ਕੇ, ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੰਟੈਂਸ਼ਨਲੀ ਕੋਈ ਗੱਲ ਕਹੀ ਹੋ ਸਕਦੀ। ਕਈ ਵਾਰ ਬੰਦੇ ਨੇ ਸਹਿ ਸੁਭਾਵਿਕ ਗੱਲਾਂ। ਲੜਾਈ ਇੱਕ ਆ, ਉਹ ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਕਿਸਾਨੀ ਦੀ ਆ। ਔਰ ਕਿਸਾਨੀ ਦੀ ਲੜਾਈ ਅੰਦਰ ਅਗਰ ਮੰਨ ਲਓ ਕੋਈ ਵੱਧ ਵੀ ਬੋਲ ਗਿਆ, ਘੱਟ ਬੋਲ ਗਿਆ, ਸਾਨੂੰ ਉਹਨਾਂ ਗੱਲਾਂ ਵੱਲ ਨਹੀਂ ਦੇਖਣਾ, ਸਿਰਫ ਇੱਕ ਚੀਜ਼ ਵੱਲ ਦੇਖਣਾ, ਨਿਸ਼ਾਨਾ ਕੀ ਆ। ਨਿਸ਼ਾਨਾ ਚਿੜੀ ਦੀ ਅੱਖ ਆ ਬਾਈ, ਤੇ ਉਹ ਲੜਾਈ ਲੜਨੀ ਆ। ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ, ਇਹੋ ਜਿਹੀ ਕੋਈ ਗੱਲ ਨਾ ਕੀਤੀ ਜਾਵੇ ਜਿਹਦੇ ਨਾਲ ਨਾ ਆਪਸੀ ਅੰਦਰ ਕੋਈ ਨੁਕਸਾਨ ਹੋਵੇ। ਸ੍ਰੀ ਅਕਾਲ। ਸ੍ਰੀ ਅਕਾਲ। ਪਾਇਆ ਗਿਆ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਛੱਡੇ ਜਾ ਰਹੇ ਨੇ ਐਸ ਵਕਤ ਬਾਈ ਇੱਕ ਸੰਦੇਸ਼ ਚੜ੍ਹਦੀ ਕਲਾ ਦੇਣਾ ਚਾਹੂੰਗਾ। ਦਰਬਾਰ ਸਾਹਿਬ ਇਹਨਾਂ ਦੇ ਰਕਾਬਗੰਜ ਸਾਹਿਬ ਤੋਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਜਿਹੜਾ ਲਾਲ ਕਿਲੇ ਉੱਤੇ ਘਟਨਾ ਹੋਈ ਹੈ, ਉਹਦੇ ਬਾਰੇ 2 ਕੇਸ ਪਾਏ ਗਏ ਨੇ, ਪਰ ਬਣਦਾ ਇਹ ਹੈ ਕਿ ਇੱਕ ਘਟਨਾ ਦੇ ਉੱਤੇ 1 ਕੇਸ ਹੋਣਾ ਚਾਹੀਦਾ ਆ। ਨਹੀਂ, ਇਹ ਗੱਲ ਹੈ ਨਾ ਜਿਹੜੀ ਹੁਣੇ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ। ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ you guys were there to support me, you know, ਸਾਰਿਆਂ ਨੇ ਮੈਨੂੰ ਸਪੋਰਟ ਕੀਤਾ। ਥੈਂਕ ਯੂ ਸੋ ਮਚ ਫॉर ਬੀਇੰਗ देयर। ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ, ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ। ਦੇਖੋ ਇਹ ਗੱਲ ਮੰਨਣੀ ਪਊਗੀ ਹਨਾ। ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ। ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ। ਜਮਾਂ ਇੱਕ ਚੀਜ਼ ਕਲੀਅਰ ਕੀਤੀ ਆ। ਜਿਵੇਂ ਮੇਰੇ ਤੇ ਇਲਜ਼ਾਮ ਲਾਏ ਗਏ ਸੀ, ਉਹਨਾਂ ਨੇ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇਨਸਟੀਗੇਟ ਕੀਤਾ, ਨਾ ਇਹਨੇ ਕਿਸੇ ਨੂੰ ਪ੍ਰਵੋਕ ਕੀਤਾ, ਨਾ ਇਹ ਵਾਇਲੈਂਸ 'ਚ ਸੀਗਾ।
ਹੋਰ ਬੜੀਆਂ ਗੱਲਾਂ ਉਹਨਾਂ ਨੇ ਕੀਤੀਆਂ। ਦੇਖੋ ਇਹ ਸਾਰੀ ਜਿਹੜੀ ਲੜਾਈ ਆ ਨਾ ਇਹ ਕਿਸਾਨਾਂ ਦੀ ਲੜਾਈ ਆ ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਆ। ਕਈ ਵਾਰ ਕੋਈ ਇਨਸਾਨ ਕਿਸਾਨ ਜਥੇਬੰਦੀ ਵੀ ਕੋਈ ਬੋਲ ਵੀ ਜਾਂਦਾ ਗੱਲ, ਲੇਕਿਨ ਅੱਜ ਅਸੀਂ ਉਹਦੇ ਚਿਤਾਰ ਕੇ ਉਹਦਾ ਡਿਸਕਸ਼ਨ ਚ ਲਿਆ ਕੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੰਟੈਂਸ਼ਨਲੀ ਕੋਈ ਗੱਲ ਕਹੀ ਹੋ ਸਕਦੀ। ਕਈ ਵਾਰ ਬੰਦੇ ਨੇ ਸਹਿ ਸੁਭਾਵਿਕ ਗੱਲਾਂ, ਲੜਾਈ ਇੱਕ ਆ ਉਹ ਜ਼ਬਰ ਔਰ ਜ਼ੁਲਮ ਦੇ ਖਿਲਾਫ, ਲੜਾਈ ਕਿਸਾਨੀ ਦੀ ਆ। ਔਰ ਕਿਸਾਨੀ ਦੀ ਲੜਾਈ ਅੰਦਰ ਅਗਰ ਮੰਨ ਲਓ ਕੋਈ ਵੱਧ ਵੀ ਬੋਲ ਗਿਆ ਘੱਟ ਬੋਲ ਗਿਆ, ਸਾਨੂੰ ਉਹਨਾਂ ਗੱਲਾਂ ਵੱਲ ਨਹੀਂ ਦੇਖਣਾ, ਸਿਰਫ ਇੱਕ ਚੀਜ਼ ਵੱਲ ਦੇਖਣਾ, ਨਿਸ਼ਾਨਾ ਕੀ ਆ, ਨਿਸ਼ਾਨਾ ਚਿੜੀ ਦੀ ਅੱਖ ਆ ਤੇ ਉਹ ਲੜਾਈ ਲੜਨੀ ਆ। ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ ਇਹੋ ਜੀ ਕੋਈ ਗੱਲ ਨਾ ਕੀਤੀ ਜਾਵੇ ਜਿਹਦੇ ਨਾਲ ਨਾ ਆਪਸੀ ਅੰਦਰ ਕੋਈ ਨੁਕਸਾਨ ਹੋਵੇ। ਜਸਪ੍ਰੀਤ ਸਿੰਘ ਤੁਸੀਂ ਲਾਲ ਕਿਲੇ ਦੇ ਕੇਸ ਨੂੰ ਅਰੈਸਟ ਕੀਤਾ ਗਿਆ ਸੀਗਾ, ਦੀਪ ਸਿੱਧੂ ਨੂੰ ਵੀ ਲਾਲ ਕਿਲੇ ਤੁਸੀਂ ਦੇਖਿਆ ਸੀਗਾ, ਉੱਚ 2 ਕੇਸ ਦੂਜਾ ਵੀ ਪਾ ਦਿੱਤਾ ਗਿਆ ਸੀਗਾ। ਅੱਜ ਆਈ ਸਾਹਿਬ ਨੇ ਬਹੁਤ ਅੱਛਾ ਆਰਡਰ ਦਿੱਤਾ। ਥੋੜਾ ਜਿਹਾ ਸਭ ਤੋਂ ਜਿਹੜੀ ਮੈਂ ਸਮਝਦਾ ਅੱਜ ਸਰਕਾਰ ਦੀ ਔਰ ਦਿੱਲੀ ਪੁਲਿਸ ਵਾਸਤੇ ਬਹੁਤ ਵੱਡੀ ਹਾਰ ਇਹ ਆ ਕਿ ਦਿੱਲੀ ਪੁਲਿਸ ਨੇ ਪਿਛਲੇ ਹਫਤੇ ਹੀ ਅਰੈਸਟ ਕੀਤਾ ਇਹ ਕੇਸ ਅੰਦਰ ਔਰ ਜੱਜ ਨੇ ਮੰਨ ਲਿਆ ਔਰ ਲੋਅਰ ਕੋਰਟ ਨੇ ਇਹ ਧੱਕਾ, ਇਸ ਕਰਕੇ ਇਮੀਡੀਏਟਲੀ ਉਹ 'ਚ ਬੇਲ ਦਿੱਤੀ ਹੈ। ਭਾਰਤੀ ਕਾਨੂੰਨ ਜਿਹੜਾ ਹੈ ਉਹਦੇ ਤੇ ਸਾਡਾ ਪੂਰਾ ਵਿਸ਼ਵਾਸ ਹੈ। ਪੁਲਿਸ ਜ਼ਬਰ ਔਰ ਜ਼ੁਲਮ ਕਰ ਰਹੀ ਹੈ, ਲੇਕਿਨ ਕਾਨੂੰਨ ਨੇ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਹੈ, ਸਾਨੂੰ ਫੇਅਰ ਟ੍ਰਾਇਲ ਮਿਲੀ ਹਮੇਸ਼ਾ। ਅੱਜ ਦੇ ਦੀਪ ਸਿੱਧੂ ਦੇ ਜਸਪ੍ਰੀਤ ਦੇ ਕੇਸ ਤੋਂ ਬੜਾ ਸਪਸ਼ਟ ਹੈ ਕਿ ਕੋਰਟਾਂ ਜਿਹੜੀਆਂ ਨੇ ਉਹ ਇਹ ਜਾਣਦੀਆਂ ਨੇ ਕਿ ਪੁਲਿਸ ਦੇ ਧੱਕੇ ਜਿਹੜੇ ਨੇ ਜ਼ੁਲਮ ਹੋ ਰਿਹਾ। ਸੋ ਜਿੱਥੇ ਅਸੀਂ ਧੰਨਵਾਦ ਕੀਤੇ ਕੋਰਟਾਂ ਦਾ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਹਾਂ, ਜਿਨ੍ਹਾਂ ਦੇ ਤਰਸ ਸਦਕੇ ਹੀ ਹੁਣ ਤੱਕ ਸਾਰੀਆਂ ਕਾਮਯਾਬੀਆਂ ਹਾਸਲ ਹੋਈਆਂ ਨੇ। ਜਦੋਂ ਦੀਪ ਸਿੱਧੂ ਨੂੰ ਅਸੀਂ ਜੇਲ੍ਹ ਤੋਂ ਲੈ ਕੇ ਚੱਲੇ ਤਾਂ ਅਸੀਂ ਪਹਿਲੀ ਗੱਲ ਇਹ ਕਹੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਵਰਤ ਰਹੀ ਹੈ, ਵਰਨਾ ਸੀਏ ਵਾਲੇ ਅਜੇ ਤੱਕ ਵੀ ਬਾਹਰ ਜ਼ਮਾਨਤਾਂ ਨਹੀਂ ਹੋਈਆਂ ਸੀਏ ਵਾਲਿਆਂ ਦੀਆਂ, ਔਰ ਇਹ ਜ਼ਮਾਨਤਾਂ 15-15 10-10 ਦਿਨਾਂ 'ਚ ਹੋ ਗਈਆਂ ਨੇ। ਸੋ ਆਪਾਂ ਚੱਲ ਕੇ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਤੇ ਉਹਨਾਂ ਦਾ ਧੰਨਵਾਦ ਕਰਨਾ। ਸੋ ਆ ਕੇ ਧੰਨਵਾਦ ਕੀਤਾ। ਅੱਜ ਸਾਡੇ ਭਰਾ ਜਸਪ੍ਰੀਤ ਦਾ ਜਨਮ ਦਿਨ ਵੀ, ਇਹਨੂੰ ਅਸੀਂ ਵਧਾਈ ਦਿੰਦੇ ਹਾਂ, ਮੁਬਾਰਕਬਾਦ ਦਿੰਦੇ ਹਾਂ। ਗੁਰੂ ਸਾਹਿਬ ਦੀ ਕਿਰਪਾ ਦੇਖੋ, ਜਿੱਦਾਂ ਜਨਮ ਦਿਨ ਉਸੇ ਦਿਨ ਰਿਹਾਈ ਹੋ ਰਹੀ ਹੈ। ਸੋ ਇਹ ਗੁਰੂ ਦੀ ਕਿਰਪਾ ਹੈ। ਪਾਇਆ ਗਿਆ ਸੋ ਇਸ ਵਕਤ ਬਖਸ਼ਿਸ਼ ਕੀਤੀ ਜਾ ਰਹੀ ਹੈ ਦਰਬਾਰ ਸਾਹਿਬ ਦੇ ਵਿੱਚ। ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਕਹਿ ਛੱਡੇ ਜਾ ਰਹੇ ਨੇ। ਇਸ ਵਕਤ ਤੁਹਾਨੂੰ ਤਸਵੀਰਾਂ ਭਾਈ ਇੱਕ ਸੰਦੇਸ਼ ਚੜ੍ਹਦੀ ਕਲਾ ਦੇ ਦੇਣਾ ਚਾਹੋ। ਦਰਬਾਰ ਸਾਹਿਬ ਇਹਨਾਂ ਦੇ ਰਕਾਬਗੰਜ ਸਾਹਿਬ ਤੋਂ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਿੱਲੀ ਜਿਹੜਾ ਲਾਲ ਕਿਲੇ ਉੱਤੇ ਘਟਨਾ ਹੋਈ ਹੈ ਉਹਦੇ ਬਾਰੇ 2 ਕੇਸ ਪਾਏ ਗਏ ਨੇ, ਪਰ ਬਣਦਾ ਇਹ ਹੈ ਕਿ ਇੱਕ ਘਟਨਾ ਦੇ ਉੱਤੇ 1 ਕੇਸ ਹੋਣਾ ਚਾਹੀਦਾ ਆ। ਨਹੀਂ ਇਹ ਗੱਲ ਹੈ ਨਾ ਜਿਹੜੀ ਹੁਣੇ ਤਾਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ। ਪਹਿਲੀ ਗੱਲ ਤਾਂ ਤੁਸੀਂ ਸਾਰੇ ਜਿਹੜੇ you guys were there to support me, you know, ਸਾਰਿਆਂ ਨੇ ਮੈਨੂੰ ਸਪੋਰਟ ਕੀਤਾ। ਥੈਂਕ ਯੂ ਸੋ ਮਚ ਫॉर ਬੀਇੰਗ देयर। ਐਂਡ ਸਰਸਾ ਸਾਹਿਬ ਨੇ ਖਾਸ ਕਰਕੇ ਜਿਵੇਂ ਪੈਰਵਾਈ ਕੀਤੀ ਆ ਤੇ ਇੱਕ ਲੜਾਈ ਲੜੀ ਆ ਬਾਹਰ, ਤੇ ਕਾਨੂੰਨ ਨੇ ਨਾ ਇੱਕ ਫੇਅਰ ਟ੍ਰਾਇਲ ਦਿੱਤਾ। ਦੇਖੋ ਇਹ ਗੱਲ ਮੰਨਣੀ ਪਊਗੀ ਹਨਾ, ਕਾਨੂੰਨ ਨੇ ਫੇਅਰ ਟ੍ਰਾਇਲ ਜ਼ਰੂਰ ਦਿੱਤਾ। ਜੇ ਆਪਾਂ ਸੈਸ਼ਨਸ ਕੋਰਟ ਦੀ ਗੱਲ ਕਰੀਏ ਤਾਂ ਆਰਡਰ ਬੜਾ ਸੋਹਣਾ ਪਾਸ ਕੀਤਾ ਉਹਨਾਂ ਨੇ, ਜਮਾਂ ਇੱਕ ਚੀਜ਼ ਕਲੀਅਰ ਕੀਤੀ ਆ। ਜਿਵੇਂ ਮੇਰੇ ਤੇ ਇਲਜ਼ਾਮ ਲਾਏ ਗਏ ਸੀ, ਉਹਨਾਂ ਨੇ ਇੱਕ ਫਾਈਂਡਿੰਗ ਨੂੰ ਕਲੀਅਰ ਕੀਤਾ ਵੀ ਨਾ ਇਹਨੇ ਇਨਸਟੀਗੇਟ ਕੀਤਾ, ਨਾ ਇਹਨੇ ਕਿਸੇ ਨੂੰ ਪ੍ਰਵੋਕ ਕੀਤਾ, ਨਾ ਇਹ ਵਾਇਲੈਂਸ ਚ ਸੀਗਾ। ਹੋਰ ਬੜੀਆਂ ਗੱਲਾਂ ਉਹਨਾਂ ਨੇ ਕੀਤੀਆਂ। ਦੇਖੋ ਇਹ ਸਾਰੀ ਜਿਹੜੀ ਲੜਾਈ ਆ ਨਾ ਇਹ ਕਿਸਾਨਾਂ ਦੀ ਲੜਾਈ ਆ, ਜ਼ਬਰ ਔਰ ਜ਼ੁਲਮ ਦੇ ਖਿਲਾਫ ਲੜਾਈ ਆ। ਕਈ ਵਾਰ ਕੋਈ ਇਨਸਾਨ ਕਿਸਾਨ ਜਥੇਬੰਦੀ ਵੀ ਕੋਈ ਬੋਲ ਵੀ ਜਾਂਦਾ ਗੱਲ, ਲੇਕਿਨ ਅੱਜ ਅਸੀਂ ਉਹਦੇ ਚਿਤਾਰ ਕੇ ਉਹਦਾ ਡਿਸਕਸ਼ਨ ਚ ਲਿਆ ਕੇ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨਾਂ ਨੇ ਇੰਟੈਂਸ਼ਨਲੀ ਕੋਈ ਗੱਲ ਕਹੀ ਹੋ ਸਕਦੀ। ਕਈ ਵਾਰ ਬੰਦੇ ਨੇ ਸਹਿ ਸੁਭਾਵਿਕ ਗੱਲਾਂ, ਲੜਾਈ ਇੱਕ ਆ ਉਹ ਜ਼ਬਰ ਔਰ ਜ਼ੁਲਮ ਦੇ ਖਿਲਾਫ, ਲੜਾਈ ਕਿਸਾਨੀ ਦੀ ਆ। ਔਰ ਕਿਸਾਨੀ ਦੀ ਲੜਾਈ ਅੰਦਰ ਅਗਰ ਮੰਨ ਲਓ ਕੋਈ ਵੱਧ ਵੀ ਬੋਲ ਗਿਆ ਘੱਟ ਬੋਲ ਗਿਆ, ਸਾਨੂੰ ਉਹਨਾਂ ਗੱਲਾਂ ਵੱਲ ਨਹੀਂ ਦੇਖਣਾ, ਸਿਰਫ ਇੱਕ ਚੀਜ਼ ਵੱਲ ਦੇਖਣਾ, ਨਿਸ਼ਾਨਾ ਕੀ ਆ, ਨਿਸ਼ਾਨਾ ਚਿੜੀ ਦੀ ਅੱਖ ਆ ਤੇ ਉਹ ਲੜਾਈ ਲੜਨੀ ਆ। ਇਸ ਕਰਕੇ ਮੈਂ ਸਭ ਨੂੰ ਬੇਨਤੀ ਕਰਦਾ ਇਹੋ ਜੀ ਕੋਈ ਗੱਲ ਨਾ ਕੀਤੀ ਜਾਵੇ ਜਿਹਦੇ ਨਾਲ ਨਾ ਆਪਸੀ ਅੰਦਰ ਕੋਈ ਨੁਕਸਾਨ ਹੋਵੇ। ਜਸਪ੍ਰੀਤ ਸਿੰਘ ਤੁਸੀਂ ਲਾਲ ਕਿਲੇ ਦੇ ਕੇਸ ਨੂੰ ਅਰੈਸਟ ਕੀਤਾ ਗਿਆ ਸੀਗਾ, ਦੀਪ ਸਿੱਧੂ ਨੂੰ ਵੀ ਲਾਲ ਕਿਲੇ ਤੁਸੀਂ ਦੇਖਿਆ ਸੀਗਾ, ਉੱਚ 2 ਕੇਸ ਦੂਜਾ ਵੀ ਪਾ ਦਿੱਤਾ ਗਿਆ ਸੀਗਾ। ਅੱਜ ਆਈ ਸਾਹਿਬ ਨੇ ਬਹੁਤ ਅੱਛਾ ਆਰਡਰ ਦਿੱਤਾ। ਥੋੜਾ ਜਿਹਾ ਸਭ ਤੋਂ ਜਿਹੜੀ ਮੈਂ ਸਮਝਦਾ ਅੱਜ ਸਰਕਾਰ ਦੀ ਔਰ ਦਿੱਲੀ ਪੁਲਿਸ ਵਾਸਤੇ ਬਹੁਤ ਵੱਡੀ ਹਾਰ ਇਹ ਆ ਕਿ ਦਿੱਲੀ ਪੁਲਿਸ ਨੇ ਪਿਛਲੇ ਹਫਤੇ ਹੀ ਅਰੈਸਟ ਕੀਤਾ ਇਹ ਕੇਸ ਅੰਦਰ ਔਰ ਜੱਜ ਨੇ ਮੰਨ ਲਿਆ ਔਰ ਲੋਅਰ ਕੋਰਟ ਨੇ ਇਹ ਧੱਕਾ, ਇਸ ਕਰਕੇ ਇਮੀਡੀਏਟਲੀ ਉਹ 'ਚ ਬੇਲ ਦਿੱਤੀ ਹੈ। ਭਾਰਤੀ ਕਾਨੂੰਨ ਜਿਹੜਾ ਹੈ ਉਹਦੇ ਤੇ ਸਾਡਾ ਪੂਰਾ ਵਿਸ਼ਵਾਸ ਹੈ। ਪੁਲਿਸ ਜ਼ਬਰ ਔਰ ਜ਼ੁਲਮ ਕਰ ਰਹੀ ਹੈ, ਲੇਕਿਨ ਕਾਨੂੰਨ ਨੇ ਹਮੇਸ਼ਾ ਹੀ ਸਾਡਾ ਸਾਥ ਦਿੱਤਾ ਹੈ, ਸਾਨੂੰ ਫੇਅਰ ਟ੍ਰਾਇਲ ਮਿਲੀ ਹਮੇਸ਼ਾ। ਅੱਜ ਦੇ ਦੀਪ ਸਿੱਧੂ ਦੇ ਜਸਪ੍ਰੀਤ ਦੇ ਕੇਸ ਤੋਂ ਬੜਾ ਸਪਸ਼ਟ ਹੈ
ਕਿ ਕੋਟਾਂ ਜਿਹੜੀਆਂ ਨੇ ਉਹ ਇਹ ਜਾਣਦੀਆਂ ਨੇ ਕਿ ਪੁਲਿਸ ਦੇ ਧੱਕੇ ਜਿਹੜੇ ਨੇ ਜ਼ੁਲਮ ਹੋ ਰਹੇ ਸੋ ਜਿੱਥੇ ਅਸੀਂ ਧੰਨਵਾਦ ਕੀਤਾ ਕੋਟਾਂ ਦਾ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰ ਤੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਆਏ ਹਾਂ, ਜਿਨ੍ਹਾਂ ਦੇ ਤਰਸ ਸਦਕੇ ਹੀ ਹੁਣ ਤੱਕ ਸਾਰੀਆਂ ਕਾਮਯਾਬੀਆਂ ਹਾਸਲ ਹੋਈਆਂ ਨੇ। ਜਦੋਂ ਦੀਪ ਸਿੱਧੂ ਨੂੰ ਅਸੀਂ ਜੇਲ੍ਹ ਤੋਂ ਲੈ ਕੇ ਚੱਲੇ ਤਾਂ ਅਸੀਂ ਪਹਿਲੀ ਗੱਲ ਇਹ ਕਹੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਵਰਤ ਰਹੀ ਆ, ਵਰਨਾ ਸੀਏ ਵਾਲੇ ਅਜੇ ਤੱਕ ਵੀ ਬਾਹਰ ਜ਼ਮਾਨਤਾਂ ਨਹੀਂ ਹੋਈਆਂ ਸੀਏ ਵਾਲਿਆਂ ਦੀ, ਔਰ ਇਹ ਜ਼ਮਾਨਤਾਂ 15-15 10-10 ਦਿਨਾਂ 'ਚ ਹੋ ਗਈਆਂ ਨੇ। ਸੋ ਆਪਾਂ ਚੱਲ ਕੇ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਥਾਨ ਤੇ ਉਹਨਾਂ ਦਾ ਧੰਨਵਾਦ ਕਰਨਾ। ਸੋ ਆ ਕੇ ਧੰਨਵਾਦ ਕੀਤਾ। ਅੱਜ ਸਾਡੇ ਭਰਾ ਜਸਪ੍ਰੀਤ ਦਾ ਜਨਮ ਦਿਨ ਵੀ, ਇਹਨੂੰ ਅਸੀਂ ਵਧਾਈ ਵੀ ਦਿੰਦੇ ਹਾਂ, ਮੁਬਾਰਕਬਾਦ ਦਿੰਦੇ ਹਾਂ। ਗੁਰੂ ਸਾਹਿਬ ਦੀ ਕਿਰਪਾ ਦੇਖੋ, ਜਿੱਦਾਂ ਜਨਮ ਦਿਨ ਉਸੇ ਦਿਨ ਰਿਹਾਈ ਹੋ ਰਹੀ ਹੈ। ਸੋ ਇਹ ਗੁਰੂ ਦੀ ਕਿਰਪਾ ਹੈ। ਪਾਇਆ ਗਿਆ ਸੋ ਇਸ ਵਕਤ ਬਖਸ਼ਿਸ਼ ਕੀਤੀ ਜਾ ਰਹੀ ਹੈ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ।